ਔਰਤ ਨੂੰ ਕਹਿੰਦੇ ਹੁੰਦੇ ਨਾ ਉਸ ਨਜ਼ਰ ਨਾਲ ਤੇਰੀ ਮੱਤ ਗਿੱਚੀ ਚਾ ਹਨਾ, ਉਸ ਨਜ਼ਰ ਨਾਲ ਹੀ ਦੇਖਿਆ ਜਾਂਦਾ। ਵੀ ਕਹਿਣ 'ਚ ਅਸੀਂ ਕਹਿ ਸਕਦੇ ਹਾਂ ਵੀ ਹਾਂ ਕੁੜੀਆਂ ਪੜ੍ਹਨ ਲਿਖਣ ਲੱਗ ਗਈਆਂ, ਪਰ ਹਜੇ ਐਵੇਂ ਦਾ ਕੁਛ ਜਿਹੜੀ ਨਜ਼ਰ ਆ ਹਨਾ ਉਹ ਉਸੇ ਨਜ਼ਰੀਏ ਨਾਲ ਹੀ ਦੇਖਦੇ ਆ। ਭਲਾ ਉਹਨਾਂ ਤੋਂ ਵੱਡੀਆਂ ਕਿੰਨੀ ਉਮਰ 'ਚ ਵੱਡੀਆਂ ਮਰਜ਼ੀ ਯੂਨੀਵਰਸਿਟੀ 'ਚ ਅੱਧੀ ਰਾਤਾਂ ਨੂੰ ਉਹਨਾਂ ਨੂੰ ਕੀ ਕੰਮ, ਗਾਲਾਂ ਦੇ ਬੰਦੇ ਇਹ ਗੱਲਾਂ ਕਹਿੰਦੇ। ਤਾਂ ਤੁਸੀਂ ਦੇਖੋ ਵੀ ਔਰਤਾਂ ਦੀ ਸਥਿਤੀ, ਕੁੜੀਆਂ ਦੀ ਸਥਿਤੀ ਯੂਨੀਵਰਸਿਟੀ 'ਚ ਲਾ ਲਓ, ਕਿੰਨਾ ਵਜੇ ਇੱਥੇ ਨਹੀਂ ਬਾਹਰ ਨਿਕਲ ਸਕਦੇ ਤੇ ਫਿਰ ਸਾਨੂੰ ਕੀ ਲੋੜ ਹੈ ਮਤਲਬ ਘਰ ਛੱਡਣ ਦੀ, ਪਿੰਡ ਛੱਡਣ ਦੀ, ਫਿਰ ਡਿਗਰੀ ਦਾ ਅਸੀਂ ਉੱਥੇ ਵੀ ਕਰ ਲਾਂਗੇ। ਇੱਥੇ ਮਤਲਬ ਕਿਤੇ ਨਾ ਕਿਤੇ ਸੋਚਣ ਦਾ ਫਰਕ ਹੈ। ਯੂਨੀਵਰਸਿਟੀ ਕਿਤੇ ਨਾ ਕਿਤੇ ਮਾਹੌਲ ਯੂਨੀਵਰਸਿਟੀ ਦਾ ਇਹੋ ਜਿਹਾ ਬਣਦਾ ਹੀ ਸੀ। ਆਪਾਂ ਦੇਖਿਆ ਕਿ ਪੁਲਿਸ, ਮਹਿਲਾ ਪੁਲਿਸ ਅਫਸਰ ਦੇ ਨਾਲ ਜੋ ਬਲਾਤਕਾਰ ਹੋਇਆ ਹੈ ਟ੍ਰੇਨ ਦੇ ਵਿੱਚ, ਹੈ ਨਾ, ਕੀ ਕਹਿਣਾ ਚਾਹੋਗੇ ਉੱਥੇ ਕਿਸ ਦਾ ਕਸੂਰ ਮੰਨ? ਔਰਤਾਂ ਨਾਲ ਡੇਲੀ ਪਤਾ ਨਹੀਂ ਕਿੰਨੇ ਕੀ ਹੀ ਬਲਾਤਕਾਰ ਹੁੰਦੇ, ਅਸੀਂ ਕਿੰਨੀਆਂ ਕੀ ਨਿਊਜ਼ ਪੜ੍ਹਦੇ ਤੇ ਕੁਛ ਕੁ ਤਾਂ ਨਿਊਜ਼ ਆ ਜਾਂਦੀਆਂ, ਕੁਛ ਆਉਂਦੀਆਂ ਵੀ ਸਾਹਮਣੇ ਵੀ ਨਹੀਂ ਆਉਂਦੀਆਂ। ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਚਾਰਾਂ ਚਰਚਾਵਾਂ ਦੀ ਲੜੀ ਜਾਰੀ ਹੈ। ਇਸ ਲੜੀ ਦੇ ਤਹਿਤ ਸਾਡੀ ਕੋਸ਼ਿਸ਼ ਹੁੰਦੀ ਹੈ, ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਰੋਜ਼ ਹੀ ਅਲੱਗ-ਅਲੱਗ ਤਰ੍ਹਾਂ ਦੇ, ਅਲੱਗ-ਅਲੱਗ ਕਮਿਊਨਿਟੀਆਂ ਦੇ, ਅਲੱਗ-ਅਲੱਗ ਉਮਰਾਂ ਦੇ ਵਰਗ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਉਹਨਾਂ ਵਿਚਾਰ ਚਰਚਾਵਾਂ ਦੇ ਵਿੱਚੋਂ ਕੋਈ ਨਤੀਜਾ, ਕੋਈ ਸਮੱਸਿਆਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਵੀ ਮਿਲਦੀ ਹੈ ਤੇ ਕੁਝ ਸੁਝਾਅ ਵੀ ਮਿਲਦੇ ਨੇ। ਸਾਡਾ ਵਿਸ਼ੇਸ਼ ਫੋਕਸ ਅੱਜ ਕੱਲ੍ਹ ਯੂਨੀਵਰਸਿਟੀ 'ਤੇ ਚੱਲ ਰਿਹਾ, ਕਿਉਂਕਿ ਸਾਡਾ ਮੰਨਣਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹ ਰਹੇ ਹੁੰਦੇ ਨੇ ਉਹਨਾਂ ਦਾ ਜਿਹੜਾ ਸੋਚਣ ਦਾ ਪੱਧਰ ਹੁੰਦਾ ਹੈ, ਸੋਚਣ ਸਮਝਣ ਦਾ, ਉਹ ਥੋੜ੍ਹਾ ਜਿਹਾ ਉੱਪਰਲੇ ਵਰਗ ਦਾ ਆ ਜਾਂਦਾ ਹੈ। ਕਿਉਂਕਿ ਯੂਨੀਵਰਸਿਟੀ ਦੇ ਵਿੱਚ ਇੱਕ ਮੰਨਣਾ ਹੁੰਦਾ ਹੈ ਸਾਡੇ ਲੋਕਾਂ ਦਾ, ਆਮ ਲੋਕਾਂ ਦਾ, ਕਿ ਕਰੀਮ ਵਰਗ ਹੈ ਜੋ ਕਰੀਮ ਪੜ੍ਹਦੀ ਹੁੰਦੀ ਹੈ ਯੂਨੀਵਰਸਿਟੀ ਵਿੱਚ। ਕਿਤੇ ਨਾ ਕਿਤੇ ਇਹ ਗੱਲ ਸੱਚ ਵੀ ਜਾਪਦੀ ਹੈ, ਕਿਉਂਕਿ ਅਸੀਂ ਪਿੰਡਾਂ ਦੇ ਵਿੱਚੋਂ, ਘਰਾਂ ਦੇ ਵਿੱਚੋਂ, ਆਮ ਪਰਿਵਾਰਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਯੂਨੀਵਰਸਿਟੀਆਂ ਦੇ ਵਿੱਚ, ਤਾਂ ਯੂਨੀਵਰਸਿਟੀ ਦਾ ਇੱਕ ਖਾਸ ਤਰ੍ਹਾਂ ਦਾ ਮਾਹੌਲ ਵੀ ਹੁੰਦਾ ਆ। ਇੱਥੇ ਆ ਕੇ ਵੀ ਅਸੀਂ ਥੋੜ੍ਹਾ ਜਿਹਾ ਆਪਦਾ ਜਿਹੜਾ ਸੋਚ ਦਾ ਪੱਧਰ ਹੈ ਸਾਡਾ ਉੱਪਰ ਹੋ ਜਾਂਦਾ ਆ। ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਰੋਜ਼-ਰੋਜ਼ ਯੂਨੀਵਰਸਿਟੀ ਦੇ ਜੋ ਚੇਤਨ ਵਿਦਿਆਰਥੀ ਨੇ, ਜੋ ਜਾਗਰੂਕ ਵਿਦਿਆਰਥੀ ਨੇ, ਕੁਝ ਚੋਣਵੇਂ ਵਿਦਿਆਰਥੀ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ। ਇਹਨਾਂ ਚਰਚਾਵਾਂ ਦੇ ਵਿੱਚੋਂ ਕੋਈ ਖਾਸ ਗੱਲਾਂ ਨਿਕਲ ਕੇ ਸਾਹਮਣੇ ਆਉਣ, ਜਿਨ੍ਹਾਂ ਦੇ ਨਾਲ ਸਾਨੂੰ ਕੋਈ ਸੇਧ ਮਿਲ ਸਕੇ, ਸਾਡੇ ਦਰਸ਼ਕਾਂ ਨੂੰ ਕੋਈ ਜਾਣਕਾਰੀ ਮਿਲ ਸਕੇ ਤੇ ਸਾਨੂੰ ਕੁਝ ਸਾਰਿਆਂ ਨੂੰ ਓਵਰਆਲ ਕੁਝ ਸਿੱਖਣ ਨੂੰ ਮਿਲ ਸਕੇ। ਅੱਜ ਦੀ ਵਿਸ਼ੇਸ਼ ਮੁਲਾਕਾਤ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦੇ ਵਿੱਚ ਪ੍ਰਦੀਪ ਕੌਰ ਜੀ ਨਾਲ। ਪ੍ਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰਦੀਪ ਕੌਰ ਜੀ ਜੋ ਕਿ ਪਿਛਲੇ 4-5 ਸਾਲ ਤੋਂ ਯੂਨੀਵਰਸਿਟੀ ਕੈਂਪਸ ਦੇ ਵਿੱਚ ਆਪਣੀ ਪੜ੍ਹਾਈ ਕਰ ਰਹੇ ਨੇ, ਤੇ ਇਹਨਾਂ ਦਾ ਇੱਥੇ ਜੋ 3-4 ਸਾਲ ਦਾ ਸਫ਼ਰ ਹੈ ਕਿਵੇਂ ਦਾ ਰਿਹਾ? ਸਾਡਾ ਅੱਜ ਦਾ ਵਿਸ਼ੇਸ਼ ਜੋ ਵਿਸ਼ਾ ਆ ਉਹ ਸਾਡਾ ਔਰਤ 'ਤੇ ਰਹੇਗਾ। ਪ੍ਰਦੀਪ ਕੌਰ ਜੀ ਸਾਡੇ ਨਾਲ ਗੱਲਬਾਤ ਕਰਨਗੇ ਔਰਤ ਨੂੰ ਲੈ ਕੇ, ਔਰਤ ਦੀ ਸਮਾਜ ਦੇ ਵਿੱਚ ਕੀ ਸਥਿਤੀ ਹੈ, ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਨੇ, ਕੈਂਪਸ ਦੇ ਵਿੱਚ ਰਹਿ ਰਹੇ ਨੇ, ਇੱਥੇ ਕੈਂਪਸ ਦੇ ਵਿੱਚ ਰਹਿੰਦੇ ਹੋਏ ਇੱਕ ਔਰਤ ਹੋਣ ਦੇ ਨਾਂ 'ਤੇ ਇਹਨਾਂ ਨੂੰ ਇੱਥੇ ਸਥਿਤੀ ਕਿਹੋ ਜਿਹੀ ਆ, ਯੂਨੀਵਰਸਿਟੀ ਦਾ ਕਿਹੋ ਜਿਹਾ ਮਾਹੌਲ ਹੈ, ਇੱਥੇ ਔਰਤਾਂ ਦੀਆਂ ਕੀ ਸਮੱਸਿਆਵਾਂ ਨੇ ਆ ਰਹੀਆਂ ਨੇ, ਵਿਦਿਆਰਥਣਾਂ ਨੂੰ, ਲੜਕੀਆਂ ਨੂੰ ਕੀ ਸਮੱਸਿਆਵਾਂ ਆ ਰਹੀਆਂ ਨੇ, ਉਹਨਾਂ ਦੇ ਕੋਈ 3-4 ਸਾਲ ਤੋਂ ਰਹਿ ਰਹੇ ਆ, ਕੋਈ ਹੱਲ, ਕੋਈ ਬਦਲਾਅ ਦੇਖਣ ਨੂੰ ਮਿਲ ਰਹੇ ਨੇ। ਇਸ ਤਰ੍ਹਾਂ ਦੀ ਗੱਲਬਾਤ ਔਰਤਾਂ ਦੇ ਜੋ ਵਿਸ਼ੇ ਨੂੰ ਲੈ ਕੇ ਪ੍ਰਦੀਪ ਜੀ ਨਾਲ ਕਰਾਂਗੇ। ਪ੍ਰਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਸ਼ੁਕਰੀਆ ਜੀ। ਪ੍ਰਦੀਪ ਜੀ ਆਪਾਂ ਜਿਵੇਂ ਕਿ ਦੱਸ ਚੁੱਕੇ ਹਾਂ ਕਿ ਗੱਲਬਾਤ ਅੱਜ ਔਰਤ ਨੂੰ ਲੈ ਕੇ ਰਹੇਗੀ, ਕੇਂਦਰ ਦੇ ਵਿੱਚ ਰਹੇਗੀ ਔਰਤ। ਹਾਂਜੀ। ਤਾਂ ਆਪਾਂ ਸ਼ੁਰੂਆਤ ਇੱਥੋਂ ਹੀ ਕਰਾਂਗੇ ਕਿ ਅੱਜ ਦੇ ਸਮੇਂ ਅਸੀਂ ਆਧੁਨਿਕਤਾ ਦੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ। ਆਧੁਨਿਕਤਾ ਦੇ ਦੌਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਔਰਤਾਂ ਦੀ ਸਥਿਤੀ ਪਿਛਲੇ ਸਮੇਂ ਦੀ ਜੇ ਗੱਲ ਕਰੀਏ, ਮੱਧ ਯੁੱਗ ਦੀ ਗੱਲ ਕਰੀਏ, ਤਾਂ ਅੱਜ ਦੇ ਸਮੇਂ ਬਹੁਤ ਫਰਕ ਹੋ ਗਿਆ ਲਗਭਗ ਦੇਖਣ ਨੂੰ। ਜੋ ਅਸੀਂ ਅੱਜ ਜਿਵੇਂ ਆਪਦੀ ਗੱਲ ਕਰੀਏ ਤਾਂ ਅਸੀਂ ਵੀ ਘਰਾਂ 'ਚੋਂ, ਪਿੰਡਾਂ 'ਚੋਂ ਨਿਕਲ ਕੇ ਅੱਜ ਯੂਨੀਵਰਸਿਟੀ ਪੱਧਰ 'ਤੇ ਬੈਠੇ ਹਾਂ, ਪੜ੍ਹਾਈਆਂ ਕਰ ਰਹੇ ਹਾਂ, ਬਾਹਰ ਰਹਿ ਰਹੇ ਹਾਂ, ਰਾਤਾਂ ਗੁਜ਼ਾਰ ਰਹੇ ਹਾਂ। ਇੱਥੇ ਫਰਕ ਤੇ ਪਿਆ ਆ, ਪਰ ਤੁਸੀਂ ਆਪਦੇ ਲੈਵਲ 'ਤੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਫਰਕ ਪਿਆ ਆ ਤੇ ਕਿਸ ਤਰ੍ਹਾਂ ਦਾ ਫਰਕ ਪਿਆ ਆ ਉਸ ਸਮੇਂ ਦੀ ਔਰਤ ਦੇ ਵਿੱਚ ਤੇ ਅੱਜ ਦੀ ਔਰਤ ਦੀ ਸਥਿਤੀ? ਦੇਖੋ, ਜਦੋਂ ਅਸੀਂ ਔਰਤ ਦੀ ਸਥਿਤੀ ਦੀ ਗੱਲ ਕਰਦੇ ਹਾਂ ਤਾਂ ਭਲਾ ਅਸੀਂ ਪਿਛਲੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਦੇਖੀਏ ਤਾਂ ਔਰਤ ਦੀ ਸਥਿਤੀ ਜੇ ਅੰਦਰੂਨੀ ਤੌਰ 'ਤੇ ਦੇਖੀਏ ਤਾਂ ਉਹ ਸੇਮ ਹੀ ਹੈ। ਜੇ ਸਾਨੂੰ ਬਾਹਰੋਂ ਲੱਗ ਰਿਹਾ ਵੀ ਅੱਜ ਜਗੀਰਦਾਰੀ ਪ੍ਰਥਾ ਨੇ ਜਾਂ ਪੂੰਜੀਵਾਦੀ ਸਮਾਜ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਦਿੱਤੀਆਂ, ਔਰਤ ਨੂੰ ਸਪੇਸ ਦੇ ਦਿੱਤੀ, ਤਾਂ ਉਹਨੂੰ ਅਸੀਂ ਸਪੇਸ ਨਹੀਂ ਕਵਾਂਗੇ। ਉਹ ਸਪੇਸ ਦੇ ਨਾਂ 'ਤੇ ਇੱਕ ਅਸੀਂ ਕਹਿ ਸਕਦੇ ਹਾਂ ਵੀ ਭਰਮ ਉਸਾਰਿਆ ਗਿਆ ਵੀ ਔਰਤ ਨੂੰ ਅਸੀਂ ਸਪੇਸ ਦਿੱਤੀ ਆ, ਔਰਤ ਦੀ ਸਥਿਤੀ ਸੁਧਾਰ ਦਿੱਤੀ ਆ, ਪਰ ਇਹਦੇ ਵਿੱਚ ਕੁਛ ਅਜਿਹਾ ਨਹੀਂ ਹੈ। ਔਰਤ ਦੀ ਸਥਿਤੀ, ਔਰਤ ਪਹਿਲਾਂ ਵੀ ਮਤਲਬ ਕਿ ਗੁਲਾਮ ਜਿਵੇਂ ਕਹਿ ਸਕਦੇ, ਗੁਲਾਮਾਂ ਦੀ ਜ਼ਿੰਦਗੀ ਜੀ ਰਹੀ ਸੀ, ਔਰਤ ਅੱਜ ਵੀ ਗੁਲਾਮਾਂ ਦੀ ਜ਼ਿੰਦਗੀ ਜੀ ਰਹੀ ਹੈ। ਠੀਕ ਆ, ਪੂੰਜੀਵਾਦੀ ਦੌਰ ਨੇ ਸਾਨੂੰ ਗੁਲਾਮਦਾਰੀ ਪ੍ਰਥਾ ਚੋਂ ਕੱਢ ਕੇ ਸਿਰਫ ਰਿਆਇਤਾਂ ਦੇ ਦਿੱਤੀਆਂ। ਰਿਆਇਤਾਂ 'ਤੇ ਅਸੀਂ ਕਹਿ ਸਕਦੇ ਹਾਂ ਵੀ ਸਾਨੂੰ ਕੁਛ ਮਿਲਿਆ, ਪਰ ਉਵੇਂ ਦਾ ਜੇ ਅਸੀਂ ਕਹੀਏ ਵੀ ਸਾਨੂੰ ਮਰਦ ਦੇ ਬਰਾਬਰ ਅਧਿਕਾਰ ਮਿਲ ਗਏ ਆ ਜਾਂ ਸਾਨੂੰ ਡਿਸੀਜ਼ਨ ਮੇਕਰ ਬਣਾ ਦਿੱਤਾ, ਤਾਂ ਐਵੇਂ ਦਾ
ਦਾ ਕੁਝ ਵੀ ਨਹੀਂ ਹੈ, ਭਾਵੇਂ ਉਹ ਯੂਨੀਵਰਸਿਟੀ ਦੀਆਂ ਕੁੜੀਆਂ ਹੋਣ, ਭਾਵੇਂ ਸਾਡੀਆਂ ਮਾਵਾਂ ਹੋਣ ਘਰਾਂ ਵਿੱਚ ਕੰਮ ਕਰ ਰਹੀਆਂ, ਭਾਵੇਂ ਉਹ ਪੇਂਡੂ ਔਰਤਾਂ ਮਜ਼ਦੂਰ ਔਰਤਾਂ ਹੋਣ, ਤੇ ਭਲਾ ਉਹ ਕੋਈ ਵੀ ਔਰਤ ਹੋਵੇ, ਔਰਤ ਹਰ ਵਰਗ ਦੀ ਹੀ ਡਿਸਕ੍ਰਿਮੀਨੇਸ਼ਨ ਫੇਸ ਕਰ ਰਹੀ ਹੈ ਸੁਸਾਇਟੀ ਵਿੱਚ। ਜੇ ਅਸੀਂ ਦੇਖੀਏ ਕਈ ਔਰਤਾਂ ਜੇ ਜੌਬ ਕਰਦੀਆਂ, ਭਲਾ ਉਹ ਜੌਬ ਵੀ ਕਰਦੀਆਂ, ਉਹ ਵੀ ਸੇਮ ਡਿਸਕ੍ਰਿਮੀਨੇਸ਼ਨ ਫੇਸ ਕਰ ਰਹੀਆਂ, ਕਾਹਦੇ ਸਿਰਫ ਔਰਤ ਹੋਣ ਦੇ ਨਾਂ ਤੇ, ਹੈ ਨਾ। ਔਰਤ ਜਿਹੜਾ ਔਰਤ ਨਾਲ ਇੱਕ ਸ਼ਬਦ ਹੈ ਨਾ, ਉਹੀ ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਵਾਉਂਦਾ ਹੈ। ਮਤਲਬ ਔਰਤ ਦਾ ਔਰਤ ਹੋਣਾ ਹੀ ਇੱਕ ਡਿਸਕ੍ਰਿਮੀਨੇਸ਼ਨ ਫੇਸ ਕਰਵਾਉਂਦਾ ਹੈ ਨਾ। ਉਹ ਭਲਾ ਫਿਰ ਪੜ੍ਹੀ ਲਿਖੀ ਔਰਤ ਹੋਵੇ ਤੇ ਭਲਾ ਘਰ ਵਿੱਚ ਰਹਿੰਦੀ ਮਜ਼ਦੂਰ ਜਾਂ ਪੇਂਡੂ ਔਰਤ ਹੋਵੇ, ਠੀਕ ਆ, ਭਲਾ ਆਮ ਔਰਤ ਹੋਵੇ, ਕੋਈ ਵੀ ਹੋਵੇ, ਔਰਤ ਹਮੇਸ਼ਾ ਹੀ ਡਿਸਕ੍ਰਿਮੀਨੇਸ਼ਨ ਫੇਸ ਕਰ ਰਹੀ ਹੈ। ਪ੍ਰਦੀਪ ਜੀ, ਜਿਵੇਂ ਆਰਥਿਕਤਾ ਬਾਰੇ ਗੱਲ ਕਰੀਏ ਤਾਂ ਥੋੜੀ ਜਿਹੀ ਆਰਥਿਕਤਾ ਦੇ ਵਿੱਚ ਫਰਕ ਪਿਆ ਅੱਜ ਦੇ ਸਮੇਂ ਦੇ ਵਿੱਚ। ਪੂੰਜੀਵਾਦੀ ਦੌਰ ਦੇ ਵਿੱਚ ਆ ਕੇ ਔਰਤਾਂ ਘਰੋਂ ਬਾਹਰ ਨਿਕਲ ਕੇ ਨੌਕਰੀ ਵੀ ਕਰਨ ਲੱਗੀਆਂ ਨੇ, ਥੋੜਾ ਜਿਹਾ ਆਪਦੇ ਪੈਰਾਂ ਤੇ ਖੜੇ ਹੋ ਕੇ ਕਹਿ ਸਕਦੇ ਹਾਂ, ਜਾਣੀ ਕਿ ਨੌਕਰੀਆਂ ਕਰ ਰਹੀਆਂ ਨੇ, ਤਾਂ ਥੋੜਾ ਜਿਹਾ ਆਰਥਿਕਤਾ ਪੱਖੋਂ ਵੀ ਥੋੜਾ ਜਿਹਾ ਵਧੀਆ ਹੋ ਗਈਆਂ ਨੇ। ਤੁਹਾਨੂੰ ਕੀ ਲੱਗਦਾ ਆ ਵੀ ਇੱਕ ਸਾਧਨ ਸੰਪੰਨ ਔਰਤ ਹੈ ਤੇ ਇੱਕ ਮਜ਼ਦੂਰ ਔਰਤ ਹੈ, ਦੋਨਾਂ ਦੀ ਸਥਿਤੀ ਦੇ ਵਿੱਚ ਕੀ ਫਰਕ ਹੈਗਾ? ਦੇਖੋ ਜੀ, ਜੇ ਮੈਂ ਆਪਦੇ ਹਿਸਾਬ ਨਾਲ ਦੇਖਾਂ ਤਾਂ ਮੈਂ ਨਾ ਔਰਤ ਨੂੰ 3 ਹਿੱਸਿਆਂ ਵਿੱਚ ਵੰਡਦੀ ਹਾਂ, ਠੀਕ ਆ। ਇੱਕ ਤਾਂ ਹੋ ਗਈ ਸਾਡੀ ਪੂੰਜੀਵਾਦੀ ਔਰਤ, ਜੇ ਸਾਧਨ ਸੰਪੰਨ ਆ, ਜਿਹਦੇ ਕੋਲ ਸਾਰੇ ਸੋਰਸ ਆ, ਠੀਕ ਹੈ। ਦੂਜੀ ਹੋ ਗਈ ਸਾਡੀ ਮੱਧ ਵਰਗੀ ਔਰਤ, ਜਿਹੜੀ ਜੌਬ ਕਰ ਰਹੀ ਆ, ਪਰ ਜੌਬ ਦੇ ਨਾਲ ਨਾਲ ਉਹ ਘਰ ਦੇ ਕੰਮ ਵੀ ਕਰ ਰਹੀ ਆ, ਹੋਰ ਕਈ ਤਰ੍ਹਾਂ ਦੀਆਂ ਉਹਨੂੰ ਮਤਲਬ ਲਾ ਲਓ ਵੀ ਉਹਦੇ ਦਿਮਾਗ ਤੇ ਇੱਕ ਪ੍ਰੈਸ਼ਰ ਹੁੰਦਾ ਨਾ, ਪ੍ਰੈਸ਼ਰ 24 ਘੰਟੇ ਉਹ ਪਿਆ ਰਹਿੰਦਾ ਹੁੰਦਾ ਵੀ ਮੈਂ ਆ ਵੀ ਕਰਨਾ, ਮੈਂ ਉਹ ਵੀ ਕਰਨਾ, ਮੇਰਾ ਇੱਧਰ ਵੀ ਧਿਆਨ, ਉੱਧਰ ਵੀ, ਬੱਚਿਆਂ ਤੇ ਵੀ ਧਿਆਨ, ਪਤੀ ਤੇ ਵੀ ਧਿਆਨ, ਆਪਦੀ ਜੌਬ ਤੇ ਵੀ ਧਿਆਨ, ਹੈ ਨਾ। ਤੀਜੀ ਸਾਡੀ ਔਰਤ ਹੈਗੀ ਆ ਜਿਹੜੀ ਉਹ ਹੈਗੀ ਮਜ਼ਦੂਰ ਔਰਤ, ਠੀਕ ਆ। ਜਿਹੜੀ ਮਜ਼ਦੂਰ ਔਰਤ ਹੈ ਨਾ, ਉਹਦੀ ਸਥਿਤੀ ਸਭ ਤੋਂ ਜ਼ਿਆਦਾ ਖਰਾਬ ਕਹਿ ਸਕਦੇ ਆ, ਹੈ ਨਾ। ਜੇ ਦੇਖੀਏ ਸਭ ਤੋਂ ਜ਼ਿਆਦਾ ਫਿਜ਼ੀਕਲੀ ਕਿਰਤ, ਜਿਹੜੀ ਸਰੀਰਕ ਤੌਰ ਤੇ ਕਿਰਤ ਆ, ਉਹ ਮਜ਼ਦੂਰ ਔਰਤ ਕੋਲ ਹੈ ਨਾ। ਉਹ ਸਵੇਰ ਉੱਠਦੀ ਆ, ਉਹ ਘਰ ਦੇ ਕੰਮ ਵੀ ਕਰਦੀ ਆ, ਹੈ ਨਾ, ਬੱਚਿਆਂ ਨੂੰ ਵੀ ਤਿਆਰ ਕਰਦੀ, ਬੱਚਿਆਂ ਦੇ ਕੰਮ ਵੀ ਕਰਦੀ ਆ, ਫਿਰ ਉਹਨੇ ਕੀ ਕਰਨਾ, ਖੇਤਾਂ ਵਿੱਚ ਜਾਣਾ ਹੁੰਦਾ, ਖੇਤਾਂ ਵਿੱਚ ਜਾ ਕੇ ਵੀ ਕੰਮ ਕਰਨਾ ਹੁੰਦਾ ਹੈ ਨਾ। ਆਖਰ ਨੂੰ ਟੁੱਟ ਹਾਰ ਕੇ ਉਹਨੇ ਹੱਥ ਨੇ ਆਉਣਾ, ਸ਼ਾਮ ਨੂੰ ਆਉਣਾ, ਸ਼ਾਮ ਨੂੰ ਆ ਕੇ ਫਿਰ ਘਰੇ ਕੰਮ ਕਰਨਾ ਹੁੰਦਾ, ਹੈ ਨਾ। ਜੇ ਦੇਖੀਏ ਨਾ, ਮਜ਼ਦੂਰ ਔਰਤ ਦੀ ਸਥਿਤੀ ਸਭ ਤੋਂ ਜ਼ਿਆਦਾ ਖਰਾਬ ਹੈ। ਪਰ ਜੇ ਆਰਥਿਕ ਪੱਖੋਂ ਦੇਖੀਏ, ਜਿਹੜੀਆਂ ਠੀਕ ਔਰਤਾਂ, ਜਿਹੜੀਆਂ ਤਾਂ ਦੇਖੋ ਪੂੰਜੀਵਾਦੀ ਔਰਤਾਂ ਹੈ, ਉਹਨਾਂ ਨੂੰ ਤਾਂ ਕੋਈ ਲੋੜ ਨਹੀਂ ਕੰਮ ਕਰਨ ਦੀ, ਠੀਕ ਆ। ਉਹਨਾਂ ਦੇ ਸਾਹਮਣੇ ਤਾਂ ਉਹਨਾਂ ਨੂੰ ਮਤਲਬ ਦਿਮਾਗ 'ਚ ਵੀ ਹੈ ਨਹੀਂ ਕਿਤੇ ਵੀ ਸਾਨੂੰ ਕੰਮ ਕਰਨ ਦੀ ਲੋੜ ਆ, ਜਾਂ ਉਹਨਾਂ ਨੂੰ ਮਜ਼ਦੂਰ ਔਰਤਾਂ ਦਾ ਖਿਆਲ ਤੱਕ ਨਹੀਂ ਵੀ ਔਰਤਾਂ, ਹੋਰ ਔਰਤਾਂ ਜਿਹੜੀਆਂ ਮਜ਼ਦੂਰ ਔਰਤਾਂ ਜਾਂ ਦੂਜੀਆਂ ਔਰਤਾਂ, ਉਹ ਕਿਵੇਂ ਇਹਦੇ ਮਤਲਬ ਹੈ ਨਾ ਸਰਵਾਈਵ ਕਰ ਰਹੀਆਂ, ਕੀ ਫੇਸ ਕਰ ਰਹੀਆਂ, ਉਹਨਾਂ ਨੂੰ ਕੁਝ ਨਹੀਂ ਪਤਾ। ਉਹਨਾਂ ਨੂੰ ਤਾਂ ਪੂੰਜੀਵਾਦੀ ਦੌਰ ਨੇ ਮਤਲਬ ਇੰਨਾ ਭਰਮ ਸਿਰਜ ਰੱਖਿਆ ਨਾ ਉਹਨਾਂ ਦੇ ਸਾਹਮਣੇ ਵੀ ਉਹਨਾਂ ਨੂੰ ਸਭ ਕੁਝ ਮਿਲ ਚੁੱਕਿਆ, ਉਹਨਾਂ ਕੋਲ ਗੱਡੀਆਂ ਹੈ, ਜੌਬ ਹੈ, ਸਭ ਕੁਝ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਅਧਿਕਾਰ ਸਾਨੂੰ ਚਾਹੀਦੇ ਆ, ਜਿਹੜਾ ਸਮਾਜ ਸਾਨੂੰ ਬਦਲਣ ਦੀ ਲੋੜ ਹੈ, ਮਰਦ ਪੱਖੀ ਸਮਾਜ ਸਾਨੂੰ ਚੇਂਜ ਕਰਨ ਦੀ ਲੋੜ ਹੈ, ਉਹ ਮਤਲਬ ਉਹਨਾਂ ਦਾ ਉਸ ਤੇ ਬਿਲਕੁਲ ਧਿਆਨ ਨਹੀਂ ਹੈ, ਹੈ ਨਾ। ਤੇ ਉਸੇ 'ਚ ਸੰਤੁਸ਼ਟ ਨੇ ਵੀ ਜੇ ਉਹਨਾਂ ਨੂੰ ਮਤਲਬ ਕਿ ਇੱਕ ਘਰ ਦੇ ਵਧੀਆ ਮਤਲਬ ਸਾਧਨ ਸੰਪੰਨ ਨੇ, ਉਹਨਾਂ ਕੋਲੇ ਕਾਰਾਂ ਨੇ, ਜੇ ਉਹਨਾਂ ਨੂੰ ਉਹਨਾਂ ਦਾ ਮਤਲਬ ਕਹਿ ਸਕਦੇ ਆ ਘਰ ਵਾਲਾ ਕਾਰ ਤੇ ਜੌਬ ਤੇ ਛੱਡਿਆ ਦਾ, ਤਾਂ ਉਹਨਾਂ ਲਈ ਇਹ ਬਹੁਤ ਵੱਡੀ ਗੱਲ ਹੈ। ਹਾਲਾਂਕਿ ਉਹਨਾਂ ਨੂੰ ਘਰ ਆ ਕੇ ਫਿਰ ਵੀ ਚੁੱਲ੍ਹੇ ਚੌਂਕੇ ਦਾ ਕੰਮ ਕਰਨਾ ਪੈ ਰਿਹਾ, ਫਿਰ ਵੀ ਰੋਟੀ ਉਹਨਾਂ ਨੇ ਹੀ ਬਣਾਉਣੀ ਆ, ਮਤਲਬ ਅਸਲ 'ਚ ਇੱਥੇ ਫਰਕ ਹੈ। ਦੇਖੋ, ਜਿਹੜੀ ਤਾਂ ਹੁਣ ਆਪਣੀ ਪੂੰਜੀਵਾਦੀ ਔਰਤਾਂ ਨੇ, ਜਿਹਦੇ ਕੋਲ ਤਾਂ ਸਾਰਾ ਕੁਝ ਹੀ ਹੈ, ਦੇਖੋ ਨਾ, ਉਹਨੂੰ ਤਾਂ ਦੇਖੋ ਕੁਝ ਵੀ ਸੋਚਣ ਦੀ ਲੋੜ ਹੀ ਨਹੀਂ ਗੀ, ਉਹ ਤਾਂ ਸਭ ਕੁਝ ਉਹਨੂੰ ਮਿਲ ਰਿਹਾ, ਹੈ ਨਾ। ਬਸ ਉਹਨੂੰ ਕਦੇ ਨਾ ਕਦੇ ਚੇਤਨ ਹੋਣ ਦੀ ਲੋੜ ਪਊਗੀ ਕਿ ਮੇਰੇ ਕੋਲ ਜੋ ਅਧਿਕਾਰ ਹੋਣਾ ਚਾਹੀਦਾ ਨਾ, ਬੇਸਿਕਲੀ ਮੇਰੇ ਕੋਲ ਉਹ ਅਧਿਕਾਰ ਹੈ ਨਹੀਂ। ਇਹ ਤਾਂ ਉੱਪਰਲੀਆਂ ਗੱਲਾਂ ਨੇ, ਬਿਲਕੁਲ ਉੱਪਰ ਸਭ ਕੁਝ ਹਾਂ ਮਿਲਿਆ ਹੋਇਆ, ਪਰ ਉਹਨੂੰ ਹੈ ਨਹੀਂ ਉਹ ਜੋ ਦਿਖ ਰਿਹਾ ਨਾ। ਅਸਲ ਦੇ ਵਿੱਚ ਜੋ ਤੁਸੀਂ ਪਹਿਲਾਂ ਡਿਸੀਜਨ ਮੇਕਰ ਸ਼ਬਦ ਵਰਤਿਆ ਸੀ, ਅਸਲ 'ਚ ਗੱਲ ਇੱਥੇ ਹੈ, ਮੁੱਦਾ ਇਹ ਹੈ ਡਿਸੀਜਨ ਮੇਕਰ, ਕੀ ਉਹ ਅੱਜ ਡਿਸੀਜਨ ਮੇਕਰ ਹੈ? ਸਾਧਨ ਸੰਪੰਨ ਹੋਣ ਦੇ ਨਾਲ ਨਾਲ ਕੀ ਉਹ ਇੱਕ ਫੈਸਲਾ ਮਤਲਬ ਫੈਸਲਾ ਲੈਣ ਦੇ ਮਤਲਬ ਉਸ ਲੈਵਲ ਤੇ ਹੈ ਉਹ? ਜੇ ਉਹਨਾਂ ਔਰਤਾਂ ਨੇ ਮੰਨ ਕੇ ਚਲੋ ਕੋਈ ਕੱਲ ਨੂੰ ਮੁੰਡੇ ਦਾ ਰਿਸ਼ਤਾ ਕਰਨਾ ਹੈ, ਕੁੜੀ ਦਾ ਰਿਸ਼ਤਾ ਕਰਨਾ ਹੈ, ਤਾਂ ਕੀ ਉਹ ਔਰਤ ਉੱਥੇ ਮਤਲਬ ਕਿ ਬਰਾਬਰ ਹੈ ਮਰਦ ਦੇ ਮਤਲਬ ਸੋਚ ਦੇ ਲੈਵਲ ਤੇ? ਕੀ ਉਹ ਕਹਿ ਸਕਦੀ ਹੈ ਆਪਦੇ ਲੈਵਲ ਤੇ ਵੀ ਨਹੀਂ ਇਸ ਤਰ੍ਹਾਂ ਨਹੀਂ, ਮੈਂ ਇਹ ਮਤਲਬ ਫੈਸਲਾ ਇੱਕ ਜੇ ਆਪਾਂ ਕਹਿ ਸਕਦੇ ਹਾਂ ਵੀ ਔਰਤ ਆਪਦੇ ਪੱਧਰ ਤੇ ਲੈ ਸਕਦੀ ਹੈ? ਬਿਲਕੁਲ, ਮਤਲਬ ਉਹ ਚੀਜ਼ ਹੈ ਸੋਚਣ ਦੀ, ਹੈ ਨਾ। ਤੇ ਜੇ ਮਜ਼ਦੂਰ ਔਰਤ ਦੀ ਫਿਰ ਅਸੀਂ ਗੱਲ ਕਰੀਏ, ਦੇਖੋ ਮਜ਼ਦੂਰ ਔਰਤ ਤਾਂ ਬਹੁਤ ਹੀ ਨੀਵੇਂ ਪੱਧਰ ਤੇ ਹੈ, ਠੀਕ ਆ। ਜੇ ਅੱਜ ਤੋਂ ਜਿਹੜੀ ਮੈਂ ਕਹਿੰਦੀ ਆ ਨਾ, ਪਿਛਲੇ ਸਮੇਂ ਅਸੀਂ ਗੁਲਾਮਦਾਰੀ ਪ੍ਰਥਾ ਦੀ ਗੱਲ ਕਰਦੇ ਨਾ, ਜਿਹੜੀ ਉਹ ਸਥਿਤੀ ਸੀ ਨਾ ਮਤਲਬ ਕਿ ਗੁਲਾਮਾਂ ਦੀ, ਉਹ ਅੱਜ ਦੀ ਮਜ਼ਦੂਰ ਔਰਤ ਦੀ ਸੇਮ ਸਥਿਤੀ ਆ, ਠੀਕ ਆ। ਗੱਲ ਇਹ ਆ ਵੀ ਮਜ਼ਦੂਰ ਔਰਤ ਕੋਲੇ ਨਾ ਤਾਂ ਕੋਈ ਸਾਧਨ ਹੈ, ਨਾ ਉਹ ਡਿਸੀਜਨ ਮੇਕਰ ਹੈ। ਡਿਸੀਜਨ ਮੇਕਰ ਤਾਂ ਬਹੁਤ ਵੱਡੀ ਗੱਲ ਆ, ਚਲੋ, ਹਨਾ, ਨਾ ਉਹਦੇ ਕੋਲ ਸਾਧਨ ਆ, ਹਨਾ, ਸਾਰਾ ਕੰਮ ਮਤਲਬ ਦੇਖੋ ਉਹਦੀ ਸਾਰੀ ਫਿਜ਼ੀਕਲ ਕਿਰਤ ਆ, ਕਿਤੇ ਨਾ ਕਿਤੇ ਜੇ ਉਹਦੇ ਕੋਲ ਸਾਧਨ ਹੋਣ ਤਾਂ ਉਹ ਕੁਛ ਨਾ ਕੁਛ ਹੱਲ ਵੀ ਕਰ ਸਕਦੀ ਆ, ਹਨਾ, ਆਪਦੀ ਸਥਿਤੀ ਨੂੰ ਚੇਂਜ ਕਰਨ ਦਾ। ਪਰ ਉਹਦੀ ਹਾਲਤ ਅਜੇ ਬਹੁਤ ਜ਼ਿਆਦਾ ਮਾੜੀ ਆ ਤੇ ਉਹਦੇ ਤੇ ਸੋਚਣ ਦੀ ਬਹੁਤ ਲੋੜ ਹੈ। ਠੀਕ ਹੈ ਜੀ, ਬਿਲਕੁਲ।
ਪ੍ਰਦੀਪ ਜੀ ਤੁਸੀਂ 4-5 ਸਾਲ ਤੋਂ ਯੂਨੀਵਰਸਿਟੀ ਦੇ ਵਿੱਚ ਰਹਿ ਰਹੇ ਹੋ, ਵਿਚਰ ਰਹੇ ਹੋ, ਹਾਂਜੀ। ਕੈਂਪਸ ਦੇ ਵਿੱਚ ਵਿਚਰ ਰਹੇ ਹੋ। ਯੂਨੀਵਰਸਿਟੀ ਵਿੱਚ ਔਰਤਾਂ ਦੀ ਕੀ ਸਥਿਤੀ ਹੈ ਜੀ, ਕੁੜੀਆਂ ਦੀ? ਮਤਲਬ ਕਿ ਯੂਨੀਵਰਸਿਟੀ ਨੂੰ ਆਪਾਂ ਇਹ ਮੰਨਦੇ ਹਾਂ ਕਿ ਬਹੁਤ ਵੱਡਾ ਅਦਾਰਾ ਆ, ਇੱਥੇ ਮਤਲਬ ਕਿ ਜੋ ਸੋਚਣ ਸਮਝਣ ਦਾ ਪੱਧਰ ਹੈ ਵਿਦਿਆਰਥੀਆਂ ਦਾ ਬਹੁਤ ਉੱਪਰ ਹੁੰਦਾ ਆ। ਬਿਲਕੁਲ। ਇੱਥੇ ਦੇਖੋ ਮੁੰਡੇ ਵੀ ਪੜ੍ਹ ਰਹੇ ਨੇ, ਕੁੜੀਆਂ ਵੀ ਪੜ੍ਹ ਰਹੀਆਂ ਨੇ, ਹੋਸਟਲਾਂ ਦੇ ਵਿੱਚ ਰਹਿ ਰਹੇ ਹੋ, ਹੋਸਟਲਾਂ ਦੇ ਵਿੱਚੋਂ ਆ ਜਾ ਰਹੇ ਹੋ ਰਾਤ ਨੂੰ। ਕਿਵੇਂ ਦਾ ਮਾਹੌਲ ਹੈ ਜੀ ਇੱਥੇ ਕੁੜੀਆਂ ਦਾ? ਜਦੋਂ ਅਸੀਂ ਯੂਨੀਵਰਸਿਟੀ ਲੈਵਲ ਤੇ ਗੱਲ ਕਰਦੇ ਨਾ, ਬੇਸ਼ੱਕ ਤੁਸੀਂ ਇਹ ਦੇਖੋਗੇ PhD ਕਰ ਰਿਹਾ ਮੁੰਡਾ, ਜੀ। PhD ਕਰ ਰਹੀ ਕੁੜੀ। ਜੀ, ਦੇਖੋ ਬਿਲਕੁਲ। ਦੇਖਣ ਚ ਤਾਂ ਤੁਹਾਨੂੰ ਲੱਗੂ ਵੀ ਉਹ ਦੋਨੇ ਬਰਾਬਰ ਆ, ਉਹ ਵੀ ਜੀ, PhD ਬਿਲਕੁਲ। ਕਰ ਰਿਹਾ, ਉਹ ਵੀ PhD, ਪਰ ਐਵੇਂ ਦਾ ਕੁਝ ਵੀ ਨਹੀਂ ਹੈ। ਜੀ। ਯੂਨੀਵਰਸਿਟੀ 'ਚ ਮਤਲਬ ਕੁੜੀ ਨੂੰ ਉਸੇ ਨਜ਼ਰ ਨਾਲ ਹੀ ਦੇਖਿਆ ਜਾਂਦਾ ਹੈ। ਮੈਂ ਯੂਨੀਵਰਸਿਟੀ ਦੇ ਆਪਦੇ ਇਨਸੀਡੈਂਟ ਦੱਸ ਸਕਦੀ ਹਾਂ। ਜਦੋਂ ਹੋਸਟਲਾਂ ਨੂੰ ਜਾਂਦੇ ਹੋ ਨਾ, ਜੀ। ਤਾਂ ਮਤਲਬ ਐ ਮੁੰਡੇ ਮਤਲਬ ਕਿ ਮੋਟਰਸਾਈਕਲਾਂ ਤੇ ਗੇੜੇ ਮਾਰਦੇ ਆ, ਹਨਾ। ਜੀ। ਮਤਲਬ ਤੁਸੀਂ ਲਾ ਲਓ ਆਪ ਤੋਂ ਅੱਧੀ ਉਮਰ ਦੇ ਮੁੰਡੇ ਵੀ, ਹਨਾ, ਜਿਹੜੀਆਂ ਜੀ। ਕੁੜੀਆਂ ਮੈਂ ਦੇਖੀਆਂ, ਸਾਡੀਆਂ ਟੀਚਰਾਂ ਵੀ ਲਾ ਲਓ ਨਾ, ਹੋਸਟਲਾਂ 'ਚ ਰਹਿੰਦੀਆਂ, PhD ਰਿਸਰਚ ਸਕਾਲਰਾਂ, ਹਨਾ, ਜੀ। ਉਹਨਾਂ ਨੂੰ ਵੀ ਐਵੇਂ ਦੀਆਂ ਦਿੱਕਤਾਂ ਫੇਸ ਕਰਨ ਨੂੰ ਮਤਲਬ ਕਿ ਮਿਲਦੀਆਂ, ਹਨਾ। ਜੀ। ਵੀ ਮਤਲਬ ਛੋਟੇ ਛੋਟੇ ਬॉयਜ਼ ਲਾ ਲਓ, ਜਿਹੜੇ ਜੀ। ਅੱਧੀ ਉਮਰ ਦੇ ਉਹਨਾਂ ਦੇ ਹੁੰਦੇ ਆ, ਜੀ, ਉਹ ਵੀ ਜੀ, ਮਤਲਬ ਜੀ। ਐਵੇਂ ਸੀਟੀਆਂ ਮਾਰਦੇ ਜੋ ਕਮੈਂਟਿੰਗ ਕਰਦੇ ਆ, ਹਨਾ। ਜੀ। ਤਾਂ ਅਸੀਂ ਕਿੱਥੇ ਕਹਿ ਸਕਦੇ ਹਾਂ ਵੀ ਯੂਨੀਵਰਸਿਟੀ 'ਚ ਔਰਤਾਂ ਦੀ ਸਥਿਤੀ ਸੁਧਰ ਗਈ ਆ ਜਾਂ ਸੇਫ ਆ ਨਾ। ਜੀ। ਤੁਸੀਂ ਦੇਖੋਗੇ ਸਟਰਗਲ ਕਰਨੀ ਪੈਂਦੀ ਆ। ਬਿਲਕੁਲ ਜੀ। ਡਿਪਾਰਟਮੈਂਟਾਂ 'ਚ ਕੋਈ ਪ੍ਰੋਗਰਾਮ ਲਾ ਲਓ ਜਾਂ ਜੀ। ਕਿਤੇ ਵੀ ਲਾ ਲਓ, ਹਨਾ, ਔਰਤ ਨੂੰ ਕਹਿੰਦੇ ਹੁੰਦੇ ਨਾ, ਉਸ ਨਜ਼ਰ ਨਾਲ ਤੇਰੀ ਮੱਤ ਗਿੱਚੀ ਚਾ, ਹਨਾ, ਜੀ। ਉਸ ਨਜ਼ਰ ਨਾਲ ਹੀ ਦੇਖਿਆ ਜਾਂਦਾ। ਭਲਾ ਉਹ ਪੜ੍ਹੀ ਲਿਖੀ ਔਰਤ, ਭਲਾ ਯੂਨੀਵਰਸਿਟੀ 'ਚ ਬੈਠੀ ਆ, ਭਲਾ ਉਹ ਘਰਾਂ 'ਚ ਬੈਠੀ ਆ, ਠੀਕ ਆ। ਕਿਤੇ ਵੀ ਸਥਿਤੀ ਉਹਦੀ ਚੇਂਜ ਨਹੀਂ ਹੈ ਹਜੇ ਤੱਕ। ਜੀ। ਬਸ ਇਹ ਕਹਿ ਸਕਦੇ ਵੀ ਠੀਕ ਆ, ਉਹਨੂੰ ਡਿਗਰੀ ਲਈ ਉਹ ਯੂਨੀਵਰਸਿਟੀ ਪੜ੍ਹ ਰਹੀ ਆ, ਪਰ ਉਵੇਂ ਦਾ ਕੁਝ ਵੀ ਨਹੀਂਗਾ, ਠੀਕ ਆ। ਕੱਲੀ ਡਿਗਰੀ ਆ ਉਹਦੇ ਕੋਲੇ, ਜੀ। ਫਿਲਹਾਲ ਦੇ ਲਈ ਉਹਨੂੰ ਦੇਖਿਆ ਉਸੇ ਨਜ਼ਰ ਨਾਲ ਜਾਂਦਾ। ਜੇ ਮੈਂ ਕਹਾਂ ਵੀ ਅਸੀਂ ਯੂਨੀਵਰਸਿਟੀ 'ਚ, ਤਾਂ ਦੇਖੋ ਮੈਨੂੰ ਬਹੁਤ ਲੱਗਦਾ ਵੀ ਹੁਣ ਮੇਰੀ ਸਥਿਤੀ ਬਹੁਤ ਚੇਂਜ ਆ, ਹਨਾ। ਜੀ। ਯੂਨੀਵਰਸਿਟੀ 'ਚ ਰਹਿੰਦੇ ਆ, ਜੀ, ਇਹ ਬਿਲਕੁਲ। ਮਾਹੌਲ ਬਹੁਤ ਸੋਹਣਾ ਹੈ, ਹਨਾ। ਜੀ। ਮੈਨੂੰ ਬਹੁਤ ਆਜ਼ਾਦੀ ਮਿਲ ਗਈ। ਜਦੋਂ ਅਸੀਂ ਘਰਾਂ 'ਚ, ਬਾਕੀ ਘਰਾਂ 'ਚ ਜਾਂਦੇ ਆ ਨਾ, ਜੀ। ਇੰਨੇ ਪੜ੍ਹੇ ਲਿਖੇ ਹੋ ਕੇ ਵੀ ਅੱਜ ਵੀ ਉਹੀ ਮਾਹੌਲ ਹੁੰਦਾ ਵੀ ਤੁਸੀਂ ਨਾ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ, ਜੀ, ਠੀਕ ਆ। ਬਿਲਕੁਲ, ਬਿਲਕੁਲ। ਉਸੇ ਚਾਰ ਦੀਵਾਰੀ ਅੰਦਰ ਤੁਸੀਂ 6 ਦਿਨ ਰਹਿ ਲਓ, 7 ਦਿਨ ਰਹਿ ਲਓ। ਬਿਲਕੁਲ ਜਿੱਥੇ ਜੀ। ਯੂਨੀਵਰਸਿਟੀ 'ਚ ਤੁਹਾਨੂੰ ਇੰਨੀ ਆਜ਼ਾਦੀ ਆ, ਤੁਸੀਂ ਬਾਹਰ ਘੁੰਮਦੇ ਫਿਰਦੇ ਹੋ, ਹਨਾ। ਬਿਲਕੁਲ ਉੱਥੇ ਜੀ। ਤੁਸੀਂ ਮਤਲਬ ਕਿ ਘਰਾਂ 'ਚ ਜਾ ਕੇ ਉੱਥੇ ਹੀ ਬੈਠਣਾ ਹੁੰਦਾ। ਜੀ। ਘਰਾਂ 'ਚ ਉਹ ਨਹੀਂ ਵੀ ਤੁਸੀਂ, ਜੇ ਯੂਨੀਵਰਸਿਟੀ 'ਚ ਤੁਸੀਂ ਮੁੰਡਿਆਂ ਦੇ ਬਰਾਬਰ ਹੋ, ਹਨਾ, ਦਿਖ ਰਹੇ, ਆਪਣੇ ਆਪ ਨੂੰ ਮਾਣ ਮਹਿਸੂਸ ਹੋ ਰਿਹਾ ਵੀ ਹਾਂ ਯਾਰ ਮੈਂ ਤਾਂ ਇਹਨਾਂ ਦੇ ਬਰਾਬਰ ਆ, ਹਨਾ। ਬਿਲਕੁਲ ਜੀ। ਪਰ ਘਰਾਂ ਜਾ ਕੇ ਉਹੀ ਹੁੰਦਾ, ਤੁਹਾਨੂੰ ਉਸੇ ਨਜ਼ਰ ਨਾਲ ਦੇਖਿਆ ਜਾਊਗਾ। ਇੱਥੋਂ ਤੱਕ ਕਿ ਤੁਹਾਡਾ ਅਨਪੜ੍ਹ ਭੈਣ ਭਾਈ, ਹਨਾ, ਭਰਾ, ਖਾਸ ਕਰਕੇ ਬਿਲਕੁਲ ਅਨਪੜ੍ਹ ਜੀ। ਭਰਾ ਵੀ ਤੁਹਾਡੇ ਤੋਂ ਉਵੇਂ ਰੋਹ ਮਾਰੂਗਾ, ਬਿਲਕੁਲ ਜਿਹੜਾ ਜੀ। ਕਿ 10ਵੀਂ ਫੇਲ ਹੋਊਗਾ, ਜੀ, ਹਨਾ। ਬਿਲਕੁਲ, ਬਿਲਕੁਲ, ਮਤਲਬ ਬਿਲਕੁਲ। ਐਵੇਂ ਦੀ ਸਥਿਤੀ ਆ ਔਰਤਾਂ ਦੀ ਸਥਿਤੀ। ਕਹਿਣ 'ਚ ਅਸੀਂ ਕਹਿ ਸਕਦੇ ਹਾਂ ਵੀ ਹਾਂ ਕੁੜੀਆਂ ਪੜ੍ਹਨ ਲਿਖਣ ਲੱਗ ਗਈਆਂ, ਪਰ ਜੀ। ਹਜੇ ਐਵੇਂ ਦਾ ਕੁਝ ਵੀ ਨਾ। ਇੱਥੋਂ ਤੱਕ ਕਿ ਘਰਾਂ 'ਚ ਤਾਂ ਬਹੁਤ ਦੂਰ ਦੀ ਗੱਲ ਹੈ, ਯੂਨੀਵਰਸਿਟੀ 'ਚ ਵੀ ਨਹੀਂ ਕੁਝ ਵੀ ਬਦਲਾਅ ਆਇਆ। ਖਾਸ ਕਰਕੇ ਬॉयਜ਼ ਦੀ ਜਿਹੜੀ ਨਜ਼ਰ ਆ, ਹਨਾ, ਜੀ। ਉਹ ਉਸੇ ਨਜ਼ਰੀਏ ਨਾਲ ਹੀ ਦੇਖਦੇ ਆ। ਭਲਾ ਉਹਨਾਂ ਤੋਂ ਵੱਡੀਆਂ, ਕਿੰਨੀ ਉਮਰ 'ਚ ਵੱਡੀਆਂ ਮਰਜ਼ੀ ਕੁੜੀਆਂ ਹੋਣ, ਜੀ, ਹਨਾ, ਬਿਲਕੁਲ। ਭਲਾ ਉਹਨਾਂ ਦੀ ਟੀਚਰ ਕਿਉਂ ਨਾ ਹੋਵੇ, ਉਹ ਉਸੇ ਜੀ। ਨਜ਼ਰ ਨਾਲ ਦੇਖਦੇ ਆ ਵੀ ਸ਼ਾਇਦ ਬੇਅਕਲੀਆਂ ਹੁੰਦੀਆਂ ਕੁੜੀਆਂ, ਜੀ, ਹਨਾ। ਜੀ, ਐਵੇਂ ਜੀ। ਬਸ ਐਵੇਂ ਦੀਆਂ ਸਥਿਤੀ ਮਤਲਬ ਆ। ਅਸਲ ਦੇ ਵਿੱਚ ਫਰਕ ਜੋ ਇੱਥੇ ਮਾਨਸਿਕਤਾ ਦਾ ਆ। ਬਿਲਕੁਲ। ਯੂਨੀਵਰਸਿਟੀ ਦੇ ਵਿੱਚ ਚਾਹੇ ਆਪਾਂ ਮੰਨਿਆ ਜਾਂਦਾ ਵੀ ਬਹੁਤ ਵਧੀਆ ਆ, ਇੱਥੇ ਮਾਹੌਲ ਹੈ, ਬਰਾਬਰਤਾ ਆ, ਮੁੰਡੇ ਕੁੜੀਆਂ ਇਕੱਠੇ ਰਹਿੰਦੇ ਨੇ, ਇਕੱਠੇ ਪੜ੍ਹਦੇ ਨੇ, ਇਕੱਠੇ ਖਾਂਦੇ ਪੀਂਦੇ ਨੇ, ਪਰ ਫਿਰ ਗੱਲ ਉੱਥੇ ਆਉਂਦੀ, ਗੱਲ ਸੋਚਣ ਦੀ ਹੈ। ਇੱਥੇ ਚਾਹੀਦੀ ਆਪਾਂ ਕਹਿੰਦੇ ਆ ਕਿ ਸਿਕਿਉਰਿਟੀ ਬਹੁਤ ਹੈ ਜੀ, ਮਤਲਬ ਹਰ ਥੋੜੀ ਥੋੜੀ ਜਗ੍ਹਾ ਤੇ ਸਿਕਿਉਰਿਟੀ ਗਾਰਡ ਵੀ ਬੈਠੇ ਨੇ, ਮਤਲਬ ਇੱਥੇ ਬੜਾ ਧਿਆਨ ਰੱਖਿਆ ਜਾਂਦਾ ਹੈ, ਕੋਈ ਇਦਾਂ ਦੀ ਹਰਕਤ ਨਾ ਹੋ ਜੇ, ਕੋਈ ਮਤਲਬ ਮੁੰਡੇ ਕੁੜੀਆਂ ਨੂੰ ਪਰੇਸ਼ਾਨ ਨਾ ਕਰਨ। ਉਹ ਤੇ ਇਹ ਮਤਲਬ ਕਿ ਯੂਨੀਵਰਸਿਟੀ ਪ੍ਰਸ਼ਾਸਨ ਹੈ ਜੋ, ਉਹ ਤੇ ਫਿਜ਼ੀਕਲੀ ਤਾਂ ਉਹ ਧਿਆਨ ਰੱਖ ਲਏਗਾ, ਪਰ ਜੋ ਇੱਥੋਂ ਹੈ, ਇੱਥੋਂ ਬਦਲਣ ਦੀ ਲੋੜ ਹੈ ਅਸਲ ਦੇ ਵਿੱਚ। ਅਸਲ ਦੇ ਵਿੱਚ ਮਾਨਸਿਕਤਾ ਬਦਲਣ ਦੀ ਲੋੜ ਹੈ। ਤੇ ਉਹ ਮੈਨੂੰ ਲੱਗਦਾ ਕਿ ਜੇ ਯੂਨੀਵਰਸਿਟੀ ਪੜ੍ਹ ਕੇ ਵੀ ਆਪਾਂ, ਜੋ ਮੁੰਡਿਆਂ ਦੀ ਉਹੀ ਸਥਿਤੀ ਹੈ, ਤੁਸੀਂ ਕਹਿ ਰਹੇ ਹੋ ਕਿ ਬਾਈਕ ਤੇ ਆਉਂਦੇ ਜਾਂਦੇ, ਉਹੀ ਸੇਮ ਪਿੰਡਾਂ ਦੀ ਹਾਲਤ ਹੈ, ਤੁਸੀਂ ਉਹੀ ਮਤਲਬ ਬੱਸ ਸਟੈਂਡਾਂ ਦੀ ਹਾਲਤ ਤੁਸੀਂ ਹੈ ਇੱਕ ਪਿੰਡਾਂ ਚੀਜ਼ ਦੀ। ਦੇਖੋਗੇ, ਇੱਥੇ ਕੋਈ ਕੁੜੀਆਂ ਵਾਲਾ ਕੇਸ ਹੋ ਜਾਂਦਾ ਨਾ, ਮਤਲਬ ਕੁੜੀਆਂ ਦੀ ਛੇੜਖਾਨੀ ਵਾਲਾ ਕੇਸ, ਜੀ। ਤਾਂ ਮਤਲਬ ਕਿ ਇੱਥੇ ਘਰਾਂ 'ਚ ਰਹਿੰਦੇ ਹੋਏ ਮਤਲਬ ਕਿ 60 ਸਾਲ ਦੇ ਬੰਦੇ ਸਾਡੇ ਇੰਪਲੋਏ ਹੋਣ ਦੇ ਬਾਵਜੂਦ ਵੀ ਮਤਲਬ ਜੀ। ਕਿ ਸਾਡੇ ਕੋਲ ਐਵੇਂ ਦੇ ਸਵਾਲ ਆਏ, ਕੁੜੀਆਂ ਅੱਧੀ ਰਾਤਾਂ ਨੂੰ ਕੀ ਕਰਦੀਆਂ, ਮਤਲਬ ਇੱਥੇ ਯੂਨੀਵਰਸਿਟੀ 'ਚ ਅੱਧੀ ਰਾਤਾਂ ਨੂੰ ਉਹਨਾਂ ਨੂੰ ਕੀ ਕੰਮ, ਗਾਲਾਂ ਦੇ ਬੰਦੇ ਇਹ ਗੱਲਾਂ ਕਹਿੰਦੇ। ਤਾਂ ਤੁਸੀਂ ਦੇਖੋ ਵੀ ਔਰਤਾਂ ਦੀ ਸਥਿਤੀ, ਕੁੜੀਆਂ ਦੀ ਸਥਿਤੀ ਯੂਨੀਵਰਸਿਟੀ 'ਚ ਲਾ ਲਓ ਕਿੰਨੀ ਕੁ ਜੀ। ਸੁਧਰ ਗਈ। ਯੂਨੀਵਰਸਿਟੀ 'ਚ ਵੀ ਉਹ ਇਹ ਸੋਚ ਰਹੇ ਨੇ ਕਿ ਕੁੜੀਆਂ ਕਰਦੀਆਂ ਤੇ ਅਸੀਂ ਕਰਨ ਕੀ ਆਏ ਆ, ਕਰਨ ਕੀ ਆਏ ਆ, ਉਹਨਾਂ ਨੂੰ ਵੀ ਬਿਲਕੁਲ। ਕਿਤੇ ਨਾ ਕਿਤੇ ਸੋਚਣਾ ਚਾਹੀਦਾ ਆ। ਤੇ ਵੀ ਮਤਲਬ ਜੇ ਅਸੀਂ 11 ਵਜੇ ਇੱਥੇ ਨਹੀਂ ਬਾਹਰ ਨਿਕਲ ਸਕਦੇ ਤੇ ਫਿਰ ਸਾਨੂੰ ਕੀ ਲੋੜ ਹੈ ਮਤਲਬ ਘਰ ਛੱਡਣ ਦੀ, ਪਿੰਡ ਛੱਡਣ ਦੀ, ਫਿਰ ਡਿਗਰੀ ਦਾ ਅਸੀਂ ਉੱਥੇ ਵੀ ਕਰ ਲਾਂਗੇ। ਇੱਥੇ ਮਤਲਬ ਕਿਤੇ ਨਾ ਕਿਤੇ ਸੋਚਣ ਦਾ ਫਰਕ ਹੈ। ਯੂਨੀਵਰਸਿਟੀ ਕਿਤੇ ਨਾ ਕਿਤੇ ਮਾਹੌਲ ਯੂਨੀਵਰਸਿਟੀ ਦਾ ਇਹੋ ਜਿਹਾ ਬਣਨਾ ਚਾਹੀਦਾ ਆ, ਕਿਉਂਕਿ ਇੱਥੋਂ ਨਿਕਲ ਕੇ ਆਪਾਂ ਸਮਾਜ ਦੇ ਵਿੱਚ ਵਿਚਰਨਾ, ਆਪਾਂ ਸਮਾਜ ਨੂੰ ਕੁਝ ਦੇਣਾ ਆ। ਇੱਥੋਂ ਆਪਾਂ ਰਿਸਰਚਾਂ ਕਰ ਕਰਕੇ ਕਿ ਡਿਗਰੀਆਂ ਲਵਾਂਗੇ, ਫਿਰ ਜਾ ਕੇ ਕਿਤੇ ਆਪਾਂ ਸੇਵਾ ਕਰਨੀ ਹੈ ਸਮਾਜ ਦੀ, ਕਿਸੇ ਨਾ ਕਿਸੇ ਪੱਧਰ ਤੇ, ਸਕੂਲਾਂ 'ਚ, ਕਾਲਜਾਂ 'ਚ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਤਾਂ ਉੱਥੇ ਜਾ ਕੇ ਆਪਾਂ ਮਤਲਬ ਬੱਚਿਆਂ ਨੂੰ ਵੀ ਅੱਗੇ ਸੇਧ ਦੇਣੀ ਆ, ਸਮਾਜ ਨੂੰ ਵੀ ਸੇਧ ਦੇਣੀ ਆ। ਤੇ ਜੇ ਆਪਾਂ ਇਹੋ ਜਿਹੇ ਮਾਹੌਲ 'ਚ ਪਲ ਕੇ ਜਾ ਰਹੇ ਹਾਂ, ਜੇ ਆਪਾਂ ਖੁਦ ਇੱਥੇ ਇਹੋ ਜਿਹਾ ਕੁਝ ਸਿੱਖ ਰਹੇ ਹਾਂ, ਤਾਂ ਆਪਾਂ ਸਮਾਜ ਨੂੰ ਕੀ ਦੇ ਸਕਦੇ ਹਾਂ? ਬਿਲਕੁਲ, ਨਾ ਕੀ ਦੇਵਾਂਗੇ? ਇੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਿਸਟਮ ਦਾ ਕਸੂਰ ਹੈ। ਸਿਸਟਮ ਨੂੰ ਚਾਹੀਦਾ ਹੈ ਥੋੜਾ ਜਿਹਾ ਮਾਨਸਿਕਤਾ ਆਪਾਂ ਬਦਲੀਏ ਇੱਥੋਂ ਦੇ ਮਤਲਬ ਲੋਕਾਂ ਦੀ, ਬॉयਜ਼ ਦੀ ਖਾਸ ਕਰ। ਬਿਲਕੁਲ। ਪ੍ਰਦੀਪ ਜੀ,
ਇੱਕ ਥੋੜਾ ਜਿਹਾ ਹੋਰ ਆਪਾਂ ਗੱਲ ਕਰਾਂਗੇ ਜੋ ਅੱਜ ਕੱਲ ਬਲਾਤਕਾਰ ਹੋ ਰਹੇ ਨੇ ਹਾਂਜੀ। ਮਤਲਬ ਬਹੁਤ ਵੱਡੇ ਪੱਧਰ ਤੇ ਹਨਾ, ਆਪਾਂ ਰੋਜ਼ ਹੀ ਦੇਖਦੇ ਹਾਂ ਅਖਬਾਰਾਂ ਦੇ ਵਿੱਚ, ਚਾਹੇ ਦੀ ਵੈਸੇ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਫਰਕ ਤੇ ਕੋਈ ਹੈ ਨਹੀਂਗਾ। ਹੈ ਨਹੀਂ। ਹੁਣ ਪਿੱਛੇ ਜੇ ਖਬਰ ਆਈ ਸੀ, ਆਪਾਂ ਦੇਖਿਆ ਕਿ ਮਹਿਲਾ ਪੁਲਿਸ ਅਫਸਰ ਦੇ ਨਾਲ ਜੋ ਬਲਾਤਕਾਰ ਹੋਇਆ ਹੈ ਟ੍ਰੇਨ ਦੇ ਵਿੱਚ, ਹਨਾ। ਬਿਲਕੁਲ। ਕੀ ਕਹਿਣਾ ਚਾਹੋਗੇ ਉੱਥੇ ਕਿਸ ਦਾ ਕਸੂਰ ਮੰਨਾਂਗੇ ਆਪਾਂ, ਵੀ ਕੋਈ ਪ੍ਰਸ਼ਾਸਨ ਦਾ ਕਸੂਰ ਹੈ, ਪ੍ਰਸ਼ਾਸਨ ਨੂੰ ਕੋਈ ਚਾਹੀਦਾ ਹੈ ਮਤਲਬ ਉਹਦੇ ਤੇ ਕੋਈ ਉਹ ਕਰੇ, ਜਾਂ ਵੀ ਕੋਈ ਕੁੜੀਆਂ ਨੂੰ ਚਾਹੀਦਾ ਹੈ ਉਹ ਆਪਦੇ ਤੇ ਮਤਲਬ ਧਿਆਨ ਕਰਨ, ਜਾਂ ਸਮਾਜ ਨੂੰ? ਦੇਖੋ ਉਹਦੇ ਵਿੱਚ ਅਸੀਂ ਇਹ ਕਹਿ ਸਕਦੇ, ਜੇ ਤਾਂ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਤਾਂ ਸਾਡੀ ਸਟੇਟ ਦੀ ਆ, ਠੀਕ ਆ, ਜੀ। ਸਰਕਾਰਾਂ ਦੀ ਆ, ਜੀ। ਵੀ ਉਹਨਾਂ ਨੂੰ ਚਾਹੀਦਾ ਔਰਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ। ਤੁਸੀਂ ਜੀ। ਇਹ ਦੇਖੋ ਵੀ ਜੇ ਇੱਕ ਪੁਲਿਸ ਵਾਲੀ ਕੁੜੀ ਨਾਲ ਰੇਪ ਹੋ ਸਕਦਾ ਜੀ। ਤਾਂ ਫਿਰ ਇੱਕ ਆਮ ਕੁੜੀ ਕਿੱਡੀ ਕੁ ਵੱਡੀ ਆ, ਹਨਾ। ਬਿਲਕੁਲ ਜੀ, ਮਤਲਬ ਉਹ ਕੀ ਕਰ ਸਕਦੀ ਆ, ਹਨਾ। ਤੇ ਮਤਲਬ ਇਹ ਸਾਰਾ ਕਸੂਰ ਸਰਕਾਰਾਂ ਦਾ, ਜੀ। ਠੀਕ ਆ, ਪ੍ਰਸ਼ਾਸਨ ਦਾ। ਜੀ। ਉਹਨਾਂ ਨੂੰ ਚਾਹੀਦਾ ਕਿ ਔਰਤਾਂ ਦੀ ਵੱਧ ਤੋਂ ਵੱਧ ਸੁਰੱਖਿਆ ਮੁਹੱਈਆ ਕਰਾਉਣ। ਜੀ। ਉਸ ਤੋਂ ਇਲਾਵਾ ਔਰਤਾਂ ਨੂੰ ਚੇਤਨ ਕਰਨ ਲਈ ਉਹਨਾਂ ਤੇ ਮਤਲਬ ਕਿ ਸਮੇਂ-ਸਮੇਂ ਦੌਰਾਨ ਮਤਲਬ ਕਿ ਉਹਨਾਂ ਨੂੰ ਚੇਤਨ ਕੈਂਪ ਜਿਵੇਂ ਲਗਾਏ ਜਾਂਦੇ ਆ, ਹਨਾ। ਜੀ ਬਿਲਕੁਲ। ਲੜਕੀਆਂ ਨੂੰ ਚੇਤਨ ਕਰਨ ਲਈ ਕੈਂਪ ਲਗਾਏ ਜਾਣ, ਹਨਾ। ਜੀ। ਔਰਤਾਂ ਲਈ ਸਪੈਸ਼ਲ ਪਿੰਡਾਂ 'ਚ ਜਾ ਕੇ, ਘਰਾਂ 'ਚ ਜੀ। ਜਾ ਕੇ, ਹਨਾ, ਉਹਨਾਂ ਨੂੰ ਸੈਲਫ ਡਿਫੈਂਸ ਲਈ ਜਿਹੜੇ ਮਤਲਬ ਕਿ ਕਹਿ ਸਕਦੇ ਆ ਫਿਜ਼ੀਕਲੀ ਉਹ ਜੇ ਐਕਸਰਸਾਈਜ਼ਸ ਸਿਖਾਈਆਂ ਜਾਣ, ਬਿਲਕੁਲ। ਤਾਂ ਕਿ ਉਹ ਆਪਣੇ ਮਤਲਬ ਬੇਸ ਤੇ ਲੜ ਸਕਣ। ਹੁਣ ਇਹ ਤਾਂ ਹੈ ਨਹੀਂ ਵੀ ਕੋਈ ਕੁੜੀ ਅੱਧੀ ਰਾਤ ਨੂੰ ਇਕੱਲੀ ਹੋਵੇ, ਹਨਾ, ਤਾਂ ਜੀ। ਕੋਈ ਘਰ ਚੋਂ ਉੱਠ ਕੇ ਜਾਂ ਕੋਈ ਜਾਊਗਾ, ਹਨਾ। ਪਹਿਲੀ ਗੱਲ ਤਾਂ ਇਹ ਚਾਹੀਦੀ ਆ ਵੀ ਮਤਲਬ ਕਿ ਇੰਨੀ ਕੁ ਸਿਕਿਉਰਿਟੀ ਹੋਣੀ ਚਾਹੀਦੀ ਆ ਵੀ ਜੀ। ਕੁੜੀਆਂ ਇਹੋ ਜਿਹੀਆਂ ਚੀਜ਼ਾਂ ਫੇਸ ਨਾ ਕਰਨ। ਦੂਜੀ ਗੱਲ, ਜੇ ਕਿਤੇ ਫੇਸ ਕਰ ਵੀ ਰਹੀਆਂ, ਹਨਾ, ਤਾਂ ਜੀ। ਫਿਜ਼ੀਕਲੀ ਉਹਨਾਂ ਨੂੰ ਇੰਨਾ ਕੁ ਐਕਟਿਵ ਕਰਨ ਦੀ ਲੋੜ ਆ ਵੀ ਉਹ ਮਤਲਬ ਕਿ ਖੁਦ ਮੁਕਾਬਲਾ ਕਰ ਸਕਣ। ਜਿਵੇਂ ਜੀ। ਸਾਡੀਆਂ ਸਰਕਾਰਾਂ ਨੂੰ ਇਹ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਆ ਜੀ। ਕਿ ਉਹ ਔਰਤਾਂ ਲਈ ਮਤਲਬ ਕਿ ਐਵੇਂ ਦੇ ਚੀਜ਼ਾਂ ਮੁਹੱਈਆ ਕਰਵਾਉਣ, ਐਵੇਂ ਦੇ ਮੌਕੇ ਮੁਹੱਈਆ ਕਰਵਾਉਣ, ਹਨਾ। ਬਿਲਕੁਲ ਜੀ। ਜਿਵੇਂ ਸਕੂਲਾਂ ਵਿੱਚ ਕੈਂਪਸ ਲਾਏ ਜਾ ਸਕਦੇ, ਬਿਲਕੁਲ। ਬੱਚਿਆਂ ਨੂੰ ਸਿਖਾਇਆ ਉਸੇ ਜਾ ਲੈਵਲ ਸਕਦਾ। ਤੋਂ, ਛੋਟੇ ਲੈਵਲ ਤੋਂ, ਜਿੱਥੇ ਬਿਲਕੁਲ। ਉਹਨਾਂ ਦੇ ਬੌਧਿਕ ਪੱਧਰ ਦਾ ਵਿਕਾਸ ਹੋਣਾ ਹੁੰਦਾ ਹੈ, ਬਿਲਕੁਲ ਮਤਲਬ ਉਸ ਬਿਲਕੁਲ। ਲੈਵਲ ਤੋਂ ਉਹਨਾਂ ਨੂੰ ਟ੍ਰੇਨਿੰਗ ਜਿਵੇਂ ਦਿੱਤੀ ਜਾਵੇ। ਛੋਟੀਆਂ ਕੁੜੀਆਂ ਤੋਂ ਲਾ ਲਓ ਵੱਡੀਆਂ ਵੂਮਨਸ ਤੱਕ, ਹਨਾ। ਜੀ। ਵੱਡੀਆਂ ਵੂਮਨਸ ਨੂੰ ਜੇ ਆਪਾਂ ਕਹੀਏ ਸਕੂਲ ਲੈਵਲ ਤੋਂ ਤਾਂ ਕੁੜੀਆਂ ਨੂੰ ਸਿਖਾਇਆ ਜਾ ਸਕਦੇ ਆ ਫਿਜ਼ੀਕਲ ਜੀ, ਐਕਟੀਵਿਟੀ, ਹਨਾ। ਬਿਲਕੁਲ ਜੀ, ਬਿਲਕੁਲ। ਉਸ ਤੋਂ ਇਲਾਵਾ ਛੋਟੀਆਂ ਬੱਚੀਆਂ, ਜਿਵੇਂ ਆਪਾਂ ਅਕਸਰ ਦੇਖਦੇ ਆ 4-4 5-5 ਸਾਲ ਦੀਆਂ ਬੱਚੀਆਂ ਦੇ ਰੇਪ ਹੋ ਰਹੇ ਆ, ਹੋ ਇਹਨਾਂ ਰਹੇ ਨੇ, ਨੂੰ ਬਿਲਕੁਲ। ਉਹਨਾਂ ਨੂੰ ਮਤਲਬ ਕਿ ਅਲੱਗ ਤੌਰ ਤੇ ਉਹਨਾਂ ਦੇ ਕੈਂਪ ਲਾਉਣੇ ਚਾਹੀਦੇ ਆ। ਬੱਚਿਆਂ ਨੂੰ ਡੇਲੀ ਰੂਟੀਨ ਵਿੱਚ ਲਗਾ ਲਓ, ਬਿਲਕੁਲ ਪ੍ਰੇਅਰਸ ਜੀ। ਟਾਈਮ ਉਹਨਾਂ ਨੂੰ ਸਿਖਾਉਣਾ ਚਾਹੀਦਾ, ਬੈਡ ਟੱਚ, ਗੁੱਡ ਟੱਚ, ਹਨਾ। ਐਵੇਂ ਬਿਲਕੁਲ ਦੀਆਂ ਜੀ, ਚੀਜ਼ਾਂ ਉਹਨਾਂ ਨੂੰ ਬਿਲਕੁਲ। ਸਿਖਾਈਆਂ ਜਾ ਤਾਂ ਕਿ ਸਕਦੀਆਂ। ਜਦੋਂ ਸਮਾਜ ਦੇ ਵਿੱਚ ਵਿਚਰਨਾ, ਖੁੱਲੇ ਪੱਧਰ ਤੇ ਵਿਚਰਨ, ਉਦੋਂ ਤੱਕ ਬਿਲਕੁਲ। ਉਦਾਂ ਦਾ ਸਰੀਰਕ ਤੇ ਮਾਨਸਿਕ ਪੱਧਰ ਉਦਾਂ ਦਾ ਹੋ ਮਤਲਬ ਜਾਏ ਤਾਂ ਕਿ ਉਹ ਫੇਸ ਕਰਨ ਦੇ ਯੋਗ ਹੋ ਬਿਲਕੁਲ। ਜਾਏ। ਉਹ ਇੱਕ ਡਰ ਹੁੰਦਾ ਜਿਹੜਾ, ਹਨਾ, ਜੀ। ਵੀ ਉਹਨਾਂ ਦੇ ਮਾਈਂਡ 'ਚ ਹਮੇਸ਼ਾ। ਹੁਣ ਤੁਸੀਂ ਇਹ ਦੇਖ ਲਓ ਵੀ ਭਲਾ ਮੇਰੇ ਤੇ ਲਾ ਲਓ ਅੱਧੀ ਰਾਤ ਨੂੰ ਬਾਹਰ, ਇੰਨੀ ਹਿੰਮਤ ਹੈ ਨਹੀਂ ਵੀ ਅੱਧੀ ਰਾਤ ਨੂੰ ਬਾਹਰ ਬਿਲਕੁਲ ਚੱਲ ਜੀ, ਜਾਂਗੇ। ਬਿਲਕੁਲ। ਮਤਲਬ ਡਰ ਉਹ ਕਾਹਦਾ, ਸਿਕਿਉਰਿਟੀ ਲੈਪਸ ਹੀ ਹੈ ਨਾ, ਮਤਲਬ ਕਿ ਲੈਪਸ ਸਾਡੀ ਹੀ, ਬਿਲਕੁਲ ਜੀ। ਸਰਕਾਰਾਂ ਦਾ ਲੈਪਸ ਉਹ ਸਾਰਾ, ਹਨਾ, ਜੀ, ਵੀ ਉਹ ਬਿਲਕੁਲ। ਮਤਲਬ ਕਿ ਸਾਨੂੰ ਐਵੇਂ ਦੀਆਂ ਕੋਈ ਵੀ ਸਿਕਿਉਰਿਟੀ ਮੁਹੱਈਆ ਨਹੀਂ ਕਰਵਾ ਰਹੀ, ਜਿਹਦੇ ਕਰਕੇ ਸਾਨੂੰ ਖਾਸ ਕਰਕੇ ਜੇ ਅਸੀਂ ਪੰਜਾਬ 'ਚ ਦੇਖੀਏ ਨਾ, ਪੰਜਾਬ ਦੀਆਂ ਸਰਕਾਰਾਂ ਦਾ ਬਹੁਤ ਮਾੜਾ ਹਾਲ ਹੈ। ਜੀ। ਮਤਲਬ ਡੇਲੀ ਦੀ ਤਰ੍ਹਾਂ ਹੀ ਕੁੜੀਆਂ ਨੂੰ ਉੱਥੇ ਤੁਸੀਂ ਦੇਖੋਗੇ ਇੱਕ ਕੇਸ ਹੋਇਆ ਸੀ ਵੀ ਕੁੜੀ ਨੂੰ ਮਤਲਬ ਕਿ ਬੱਸ ਸਟੈਂਡ ਦੇ ਵਿੱਚ ਹੀ ਤਲਵਾਰਾਂ ਨਾਲ ਵੱਢਤਾ, ਹਨਾ। ਬਿਲਕੁਲ ਜੀ, ਮਤਲਬ ਬਿਲਕੁਲ। ਉਹਦਾ ਕੋਈ ਅਤਾ ਪਤਾ ਨਹੀਂ ਲੱਗਿਆ। ਉਸ ਤੋਂ ਬਾਅਦ ਕੋਈ ਪੁੱਛਦਾ ਨਹੀਂ, ਦੱਸਦਾ ਨਹੀਂ ਕੁੜੀ ਨੂੰ। ਜੀ। ਮਤਲਬ ਯਾਰ ਇਹ ਕਿੱਥੋਂ ਦਾ ਮਤਲਬ ਕਿ ਸਿਸਟਮ ਹੈ ਨਾ, ਕਿੱਥੋਂ ਦਾ ਨਿਆਂ, ਹਨਾ। ਤੁਸੀਂ ਪੁੱਛ ਵੀ ਨਹੀਂ ਰਹੇਗੇ ਉਹ ਕੁੜੀ ਕੌਣ ਸੀ, ਕੀ ਹੋਇਆ, ਕਿਹੜੇ ਬੰਦਿਆਂ ਨੇ ਕੀਤਾ। ਬਿਲਕੁਲ ਮਤਲਬ ਜੀ। ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੇਖੋ ਔਰਤ ਨਾਲ ਡੇਲੀ ਪਤਾ ਨਹੀਂ ਕਿੰਨੇ ਕੁ ਹੀ ਬਲਾਤਕਾਰ ਹੁੰਦੇ, ਅਸੀਂ ਕਿੰਨੀਆਂ ਬਿਲਕੁਲ ਕੀ ਨਿਊਜ਼ ਜੀ। ਪੜ੍ਹਦੇ। ਬਿਲਕੁਲ ਜੀ। ਤੇ ਕੁਛ ਕੁ ਤਾਂ ਨਿਊਜ਼ ਆ ਜਾਂਦੀਆਂ, ਕੁਛ ਕੁ ਆਉਂਦੀਆਂ ਵੀ ਸਾਹਮਣੇ ਵੀ ਨਹੀਂ ਆਉਂਦੀਆਂ, ਕੁਛ ਖੁੱਲੇ ਸਾਹਮਣੇ ਪੱਧਰ ਵੀ ਨਹੀਂ ਤੇ। ਆਉਂਦੇ। ਜਿਵੇਂ ਬਿਲਕੁਲ ਮਣੀਪੁਰ ਜੀ। ਵਾਲੀ ਘਟਨਾ ਦੇਖ ਲਈਏ, ਉਹਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਆ, ਹਨਾ। ਉਹ ਵੀ ਕਿੰਨੇ ਸਮੇਂ ਬਾਅਦ ਸਾਹਮਣੇ ਆਈ ਹੈ ਉਹ ਜੀ। ਵੀ ਮਤਲਬ ਕਿ ਤੁਸੀਂ ਲਾ ਲਓ ਉਹ ਵੀ ਕਿੰਨੇ ਟਾਈਮ ਬਾਅਦ ਸਾਹਮਣੇ ਬਿਲਕੁਲ ਆਈ ਆ। ਜੀ। ਉਸ ਤੋਂ ਇਲਾਵਾ ਜਿਹੜੀਆਂ ਹੋਈਆਂ, ਪਹਿਲਾਂ ਹੋਈਆਂ ਜੀ। ਜਾਂ ਲਗਾਤਾਰ ਹੋਈਆਂ, ਉਹਨਾਂ ਜੀ। ਦਾ ਤਾਂ ਕੁਛ ਤਾਂ ਪਤਾ ਹੀ ਨਹੀਂਗਾ, ਬਿਲਕੁਲ ਹਨਾ। ਜੀ। ਐਵੇਂ ਦੀਆਂ ਨਾ ਸਰਕਾਰਾਂ ਨੂੰ ਚਾਹੀਦਾ, ਉਹਨਾਂ ਨੂੰ ਸਿਕਿਉਰਿਟੀ ਟਾਈਟ ਕਰਨੀ ਚਾਹੀਦੀ ਹੈ। ਵੂਮਨਸ ਜੀ। ਦੀ ਸਥਿਤੀ ਸੁਧਾਰਨ ਤੇ, ਉਹਨਾਂ ਦੀ ਕੰਡੀਸ਼ਨ ਨੂੰ ਡਿਵੈਲਪ ਕਰਨ ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ। ਮਤਲਬ ਮਾਨਸਿਕ ਪੱਧਰ ਤੇ ਤਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਤੇ ਉਹ ਤਾਂ ਮਤਲਬ ਕਿ ਬਹੁਤ ਅਲੱਗ ਦੀ ਗੱਲ ਹੈ ਕਿ ਉਹ ਤਾਂ ਇੱਥੋਂ ਹੋਏਗਾ, ਜਿਵੇਂ ਯੂਨੀਵਰਸਿਟੀ ਦੇ ਵਿੱਚੋਂ ਹੋਏਗਾ। ਆਪਾਂ ਬਿਲਕੁਲ। ਬॉयਜ਼ ਵੀ ਇੱਥੇ ਪੜ੍ਹਦੇ ਨੇ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ। ਪਰ ਜਿਹੜਾ ਇੱਕ ਪ੍ਰਸ਼ਾਸਨਿਕ ਜ਼ਿੰਮੇਵਾਰੀ ਹੈ, ਜੋ ਇੱਕ ਮਤਲਬ ਮਾਹੌਲ ਹੁੰਦਾ ਹੈਗਾ, ਸਮਾਜਿਕ ਮਾਹੌਲ ਹੈ, ਉੱਥੇ ਹੁਣ ਜੇ ਆਪਾਂ ਮਤਲਬ ਬਲਾਤਕਾਰ ਕਰਨ ਵਾਲਿਆਂ ਨੂੰ ਜੇ ਆਪਾਂ ਇੱਕ ਸਖਤ ਸਜ਼ਾ ਦੇਵਾਂਗੇ, ਉਹਨਾਂ ਨੂੰ ਐਟ ਏ ਟਾਈਮ ਮਤਲਬ ਉਸੇ ਟਾਈਮ ਉਹਨਾਂ ਨੂੰ ਮਤਲਬ ਕਿ ਇਦਾਂ ਦਾ ਕੋਈ ਕਾਰਵਾਈ ਬਿਲਕੁਲ, ਕੀਤੀ ਜਾਊਗੀ, ਇੱਕ ਬੰਦੇ ਨੂੰ ਆਪਾਂ ਉਸ ਤਰ੍ਹਾਂ ਦਾ ਵਿਵਹਾਰ ਕਰਾਂਗੇ ਤਾਂ ਬਾਕੀ 10 ਬੰਦਿਆਂ ਨੂੰ ਵੀ ਕੰਨ ਹੋ ਜਾਣਗੇ ਕਿ ਅੱਗੇ ਬਿਲਕੁਲ। ਇਸ ਤੋਂ ਨਾ ਕਰੀਏ। ਅਸਲ ਦੇ ਵਿੱਚ ਮਾਹੌਲ ਹੀ ਇਹਨਾਂ ਨੇ ਇੰਨਾ ਖੁੱਲਾ ਛੱਡਿਆ ਹੋਇਆ ਹੈਗਾ, ਜਿਸ ਕਰਕੇ ਇੱਕ ਬੰਦਾ ਕਰਦਾ ਆ, ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਬਾਕੀ 10 ਨੂੰ ਇਹ ਲੱਗਦਾ ਹੈ ਵੀ ਕੋਈ ਗੱਲ ਨਹੀਂ। ਉਹੀ ਹੈ ਨਾ, ਜਦੋਂ ਇੱਕ ਜੀ। ਬਲਾਤਕਾਰ ਹੋ ਜਾਂਦਾ ਹੈ, ਹਨਾ, ਜੀ। ਉਹ ਪੈਂਡਿੰਗ ਹੁੰਦਾ, ਮਤਲਬ ਕਿ ਉਹਦੇ ਤੋਂ ਕੋਈ ਨਾ ਕੋਈ ਪੁੱਛਦਾ ਨਾ ਜੀ। ਦੱਸਦਾ ਕੌਣ ਸੀ, ਕਿਵੇਂ ਸੀ। ਉਹਦੀ ਇੱਕ ਜੀ। ਵਾਰ ਨਿਊਜ਼ ਆਉਂਦੀ ਆ ਵੀ ਬਿਲਕੁਲ ਦੇਖੋ ਜੀ। ਜੀ ਬਲਾਤਕਾਰ ਹੋ ਗਿਆ, ਐਡੀ ਵੱਡੀ ਘਟਨਾ ਹੋ ਗਈ ਆ, ਉਹਦੇ ਤੇ ਉਸ ਤੋਂ ਬਾਅਦ ਕੋਈ ਫੋਕਸ ਨਹੀਂ ਕਰਦਾ, ਜੀ। ਕੋਈ ਮਤਲਬ ਕਿ ਆ ਕੇ ਦੱਸਦਾ ਵੀ ਨਹੀਂ ਸਾਨੂੰ
ਹਨਾ ਵੀ ਇਹਦਾ ਕੋਈ ਸੁਣਵਾਈ ਹੋ ਗਈ ਆ, ਇਹਦੀ ਕਿਸੇ ਨੂੰ ਸਜ਼ਾ ਹੋ ਗਈ ਆ, ਉਸ ਤੋਂ ਬਾਅਦ ਫਿਰ ਮਤਲਬ ਕਿ ਉਹਨਾਂ ਨੂੰ ਸ਼ਹਿ ਮਿਲ ਜਾਂਦੀ ਹੈ, ਠੀਕ ਆ। ਸੋ ਇਹਨਾਂ ਨੂੰ ਕੁਝ ਨਹੀਂ ਕੀਤਾ, ਇਹਦਾ ਮਤਲਬ ਸਾਨੂੰ ਵੀ ਕੁਝ ਨਹੀਂ ਕਰਨਗੇ। ਅਸਲ 'ਚ ਕਾਰਨ ਇਹੀ ਹੈ ਜੋ ਵੱਧ ਰਹੇ ਨੇ ਨਾ ਦਿਨੋਂ ਦਿਨ ਰੇਪ ਦੇ ਕੇਸ, ਮੈਨੂੰ ਲੱਗਦਾ ਕਿ ਕਾਰਨ ਇਹੀ ਹੈ ਕਿ ਉਹਨਾਂ ਨੂੰ ਸ਼ਹਿ ਮਿਲ ਰਹੀ ਹੈ, ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦਾ ਕੀ ਵਿਗਾੜ ਲਿਆ। ਇਹ ਬਹੁਤ ਵੱਡੇ ਪੱਧਰ ਦੀ ਆ, ਹਾਲਾਂਕਿ ਆਪਾਂ ਬੜੇ ਮਤਲਬ ਬੁੱਧੀਜੀਵੀਆਂ ਦਾ ਇਹ ਕਹਿਣਾ ਹੁੰਦਾ ਆ ਕਿ ਜੀ ਮਾਨਸਿਕਤਾ ਬਦਲ ਦਿਓ ਜੀ, ਬਿਲਕੁਲ ਮਤਲਬ ਮਾਨਸਿਕਤਾ ਇੱਥੋਂ ਅਸਲ 'ਚ ਬਦਲਿਆ ਜਾਏਗਾ। ਮੁੰਡੇ ਸੋਚਣਗੇ ਵੀ ਨਹੀਂ ਅਸੀਂ ਇਦਾਂ ਕਰਨਾ ਆ, ਮੁੰਡੇ ਸੋਚਣਗੇ ਵੀ ਕੁੜੀਆਂ ਨੂੰ ਬਰਾਬਰ ਦਾ, ਉਹ ਤੇ ਬਹੁਤ ਦੂਰ ਦੀਆਂ ਗੱਲਾਂ ਨੇ, ਉਹ ਤੇ ਆਪਾਂ ਕਰ ਹੀ ਰਹੇ ਹਾਂ ਹੌਲੀ ਹੌਲੀ। ਪਰ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਮੇਨ ਇਹ ਹੈ ਵੀ ਆਪਾਂ ਮਾਹੌਲ ਨੂੰ ਕਿਵੇਂ ਸੈੱਟ ਕਰਨਾ ਆ। ਹੁਣ ਜੇ ਇੱਥੇ ਮੰਨ ਕੇ ਚਲੋ ਯੂਨੀਵਰਸਿਟੀ ਕੋਈ ਘਟਨਾ ਹੋ ਜਾਂਦੀ ਆ, ਯੂਨੀਵਰਸਿਟੀ ਦੇ ਵਿੱਚ ਜੇ ਕੋਈ ਇੱਕ ਅੱਧਾ ਬੱਚਾ ਘਟਨਾ ਕਰਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕੱਲ ਨੂੰ 2 ਕਰਨਗੇ, ਫਿਰ 5 ਕਰਨਗੇ, 10 ਕਰਨਗੇ। ਦੇਖੋ ਉਹ ਜੇ ਆਪਾਂ ਮਤਲਬ ਕਿ ਸਮਾਜਿਕ ਤੌਰ ਤੇ ਦੇਖੀ ਨਾ, ਬਾਹਰ ਦੇਖੀ ਹੈ ਨਾ, ਯੂਨੀਵਰਸਿਟੀ 'ਚ ਤਾਂ ਆਪਾਂ ਦੇਖ ਲਈਏ ਵੀ ਯੂਨੀਵਰਸਿਟੀ ਸਿਕਿਉਰਿਟੀ ਹੈ, ਠੀਕ ਆ, ਪਹਿਲੀ ਇਹਨਾਂ ਦੀ ਜ਼ਿੰਮੇਵਾਰੀ ਆ, ਬਾਅਦ 'ਚ ਦੂਜੀ ਜ਼ਿੰਮੇਵਾਰੀ। ਪਰ ਜੇ ਅਸੀਂ ਬਾਹਰ ਦੇਖੀਏ ਤਾਂ ਉਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਆ। ਜੇ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾ ਪਾ ਰਹੇ, ਮਤਲਬ ਔਰਤਾਂ ਨੂੰ ਸੁਰੱਖਿਆ ਨਹੀਂ ਦੇ ਰਹੇ, ਤਾਂ ਮਤਲਬ ਕਿ ਤੁਸੀਂ ਛੱਡ ਦਿਓ ਨਾ, ਤੁਸੀਂ ਹੱਥ ਖੜੇ ਕਰ ਦਿਓ ਵੀ ਸਾਡੇ ਤੋਂ ਨਹੀਂ ਹੋ ਰਿਹਾ। ਮਤਲਬ ਕਿਉਂ ਤੁਸੀਂ ਦਿਖਾਵਾ ਕਰ ਰਹੇ ਹੋ ਵੀ ਅਸੀਂ ਔਰਤਾਂ ਨੂੰ ਸੁਰੱਖਿਆ ਦੇ ਰਹੇ ਹਾਂ? ਦਿਖਾਵਾ ਤਾਂ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈਗਾ ਜੀ। ਮਤਲਬ ਔਰਤਾਂ ਨੂੰ ਇੱਕ ਚੀਜ਼ ਸਮਝਿਆ ਜਾਂਦਾ ਹੈ ਵਸਤੂ ਦੇ ਤੌਰ ਤੇ, ਜਦੋਂ ਜੀ ਕੀਤਾ ਜੀ ਰੇਪ ਹੋ ਗਿਆ, ਜਦੋਂ ਜੀ ਕਰਤਾ ਉਹਦੀ ਇਨਸਰਟ ਕਰਤੀ, ਉਹਦੀ ਆਇਡੈਂਟੀਟੀ ਕੋਈ ਹੈ ਨਹੀਂ। ਜਦੋਂ ਜੀ ਕਰਦਾ ਉਹਦਾ ਪਿਓ ਥੱਪੜ ਮਾਰ ਦੂ ਪਬਲਿਕਲੀ, ਉਹਦਾ ਹਸਬੈਂਡ ਥੱਪੜ ਮਾਰ ਦੂ, ਉਹਦਾ ਭਾਈ ਥੱਪੜ ਮਾਰ ਦੂ, ਮਤਲਬ ਕੋਈ ਸਿਕਿਉਰਿਟੀ ਹੈ ਨਹੀਂ ਗੀ ਉਹਦੀ, ਹਨਾ। ਅੱਜ ਦੇ ਟਾਈਮ 'ਚ ਬਹੁਤ ਇੱਦਾਂ ਦੀਆਂ ਖਬਰਾਂ ਆ ਰਹੀਆਂ ਨੇ, ਤੁਸੀਂ ਪਿਓ ਦੀ ਗੱਲ ਕੀਤੀ ਹੈ, ਭਰਾ ਦੀ ਗੱਲ ਕੀਤੀ ਹੈ, ਬਹੁਤ ਇਸ ਤਰ੍ਹਾਂ ਦੀਆਂ ਆਪਾਂ ਦੇਖ ਰਹੇ ਹਾਂ ਖਬਰਾਂ। ਮੈਨੂੰ ਲੱਗਦਾ ਕਿ ਵਿਅਕਤੀਗਤ ਪੱਧਰ ਤੇ ਵੀ ਤੇ ਵੱਡੇ ਪੱਧਰ ਤੇ ਵੀ ਇਹਨਾਂ ਚੀਜ਼ਾਂ ਤੇ ਵਿਚਾਰ ਕਰਨ ਦੀ ਲੋੜ ਹੈਗੀ। ਪ੍ਰਦੀਪ ਜੀ, ਲਾਸਟ ਤੇ ਮਤਲਬ ਇੱਕ ਕੀ ਕਹਿਣਾ ਚਾਹੋਗੇ ਆਪਾਂ ਵਿਅਕਤੀਗਤ ਪੱਧਰ ਤੇ ਜਾਂ ਸਮਾਜਿਕ ਪੱਧਰ ਤੇ ਕੀ ਕਰ ਸਕਦੇ ਹਾਂ, ਆਪਣੇ ਵੱਲੋਂ ਕੀ ਕਰ ਸਕਦੇ ਹਾਂ, ਤੇ ਸਮਾਜ ਵੱਲੋਂ ਕੀ ਹੋਣਾ ਚਾਹੀਦਾ ਵੀ ਔਰਤ ਦੀ ਸਥਿਤੀ ਅੱਗੇ ਤੋਂ ਵੀ ਸੁਧਰ ਜੇ, ਕੁਝ ਫਰਕ ਪਵੇ? ਦੇਖੋ ਜੀ, ਮੈਨੂੰ ਤਾਂ ਜਿੱਥੋਂ ਤੱਕ ਮੈਨੂੰ ਲੱਗਦਾ, ਜਿਵੇਂ ਸਾਡੇ ਵਰਗੇ ਬੱਚੇ ਆ ਨਾ, ਸਾਡੇ ਵਰਗੀਆਂ ਕੁੜੀਆਂ ਯੂਨੀਵਰਸਿਟੀਆਂ 'ਚ ਆਈਆਂ ਨਾ, ਮੇਰੇ ਤੋਂ ਪਹਿਲਾਂ ਮਤਲਬ ਆਪਾਂ ਬਹੁਤ ਹਜੇ ਛੋਟੇ, ਆਪਣੇ ਤੋਂ ਵੱਡੀਆਂ ਬਹੁਤ ਕੁੜੀਆਂ ਇੱਥੇ ਹੈਗੀਆਂ ਨਾ, ਪੜ੍ਹ ਕੇ ਗਈਆਂ, ਟੀਚਰ ਲੱਗ ਜਾਂਦੀਆਂ। ਮਤਲਬ ਮੈਨੂੰ ਲੱਗਦਾ ਹੁੰਦਾ ਨਾ ਸੋਸਾਇਟੀ 'ਚ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ, ਹਨਾ, ਵੀ ਆਪਣੇ ਵਰਗੀਆਂ ਔਰਤਾਂ ਨੂੰ ਜਿਹੜੀਆਂ ਪਿੱਛੇ ਘਰਾਂ 'ਚ, ਦੇਖੋ ਅਸੀਂ ਪਿੰਡਾਂ ਤੋਂ ਆਉਣੇ ਆ, ਸਿੰਪਲ ਫੈਮਿਲੀਜ਼ 'ਚੋਂ ਆਉਣੇ ਆ, ਅਸੀਂ ਕੀ ਕਰਦੇ ਆ, ਅਸੀਂ ਇੱਥੋਂ ਦੇ ਪਹਿਰਾਵੇ 'ਚ, ਇੱਥੋਂ ਦੇ ਮਤਲਬ ਕਿ ਰੰਗ ਢੰਗ 'ਚ ਇੰਨਾ ਕੁ ਖੁੱਭ ਜਾਂਦੇ ਕਿ ਸਾਨੂੰ ਲੋੜ ਹੀ ਨਹੀਂ ਮਹਿਸੂਸ ਹੁੰਦੀ ਵੀ ਉਹਨਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਆਉਣ ਦੀ ਲੋੜ ਆ, ਉਹਨਾਂ ਨੂੰ ਚੇਤਨ ਕਰਨ ਦੀ ਲੋੜ ਹੈ, ਹਨਾ। ਮੈਂ ਖੁਦ ਇੱਥੇ ਦੇਖਿਆ ਆਪਣੇ ਆਪ ਨੂੰ, ਜਿਹੜੀਆਂ ਮਤਲਬ ਕਿ ਔਰਤਾਂ ਫੈਮਿਨਿਸਟ ਕਹਾਉਂਦੀਆਂ, ਹਨਾ, ਉਹ ਵੀ ਮਤਲਬ ਕਿ ਜਦੋਂ ਉਹਨਾਂ ਦੀਆਂ ਇੰਟਰਵਿਊ ਹੁੰਦੀਆਂ ਨਾ, ਮੈਂ ਖੁਦ ਇੰਟਰਵਿਊ ਸੁਣੀਆਂ, ਉਹ ਵੀ ਕਦੇ ਵੀ ਡਾਇਰੈਕਟ ਗੱਲ ਨਹੀਂ ਕਰਦੀਆਂ। ਉਹ ਨਹੀਂ ਹੁੰਦਾ ਵੀ ਬਿੱਲੀ ਦੇ ਗਲ ਵਿੱਚ ਟੱਲੀ ਕੌਣ ਬੰਨੇ, ਠੀਕ ਆ, ਉਹ ਗੱਲ ਹੁੰਦੀ ਆ ਡਾਇਰੈਕਟ। ਥੋੜੇ ਉਹ ਕਦੇ ਗੱਲ ਨਹੀਂ ਕਰਨਗੀਆਂ ਔਰਤਾਂ ਦੀ, ਉਹ ਕੀ ਕਰਨਗੀਆਂ, ਗੱਲ ਘੁਮਾ ਫਿਰਾ ਕੇ ਕਰਨਗੀਆਂ, ਠੀਕ ਆ। ਮੈਨੂੰ ਲੱਗਦਾ ਉਹਨਾਂ ਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਤੁਸੀਂ ਸਿੰਪਲ ਘਰਾਂ ਚੋਂ ਚੱਲ ਕੇ ਆਏ ਹੋ, ਤੁਹਾਨੂੰ ਔਰਤਾਂ ਦੀ ਸਥਿਤੀ, ਮਜ਼ਦੂਰ ਔਰਤਾਂ ਦੀ ਸਥਿਤੀ ਖਾਸ ਕਰਕੇ ਜ਼ਿਆਦਾ ਬੈਟਰ ਪਤਾ ਹੁੰਦਾ ਹੈ, ਤਾਂ ਤੁਹਾਨੂੰ ਮਤਲਬ ਕਿ ਉਹਨਾਂ ਨੂੰ ਚੇਤਨ ਕਰਨ 'ਚ, ਉਹਨਾਂ ਦਾ ਸਾਥ ਦੇਣ 'ਚ, ਉਹਨਾਂ ਲਈ ਕੁਝ ਕਰਨ 'ਚ ਸਭ ਤੋਂ ਵੱਡਾ ਰੋਲ ਅਦਾ ਕਰਨਾ ਚਾਹੀਦਾ, ਹਨਾ। ਉਹ ਮੈਂ ਖੁਦ ਵੀ ਆਪਣੇ ਆਪ ਨੂੰ ਕਹਿੰਦੀ ਹਾਂ ਤੇ ਬਾਕੀ ਔਰਤਾਂ ਨੂੰ ਵੀ, ਬਾਕੀ ਕੁੜੀਆਂ ਨੂੰ ਵੀ ਕਹਿੰਦੀ ਹਾਂ, ਹਨਾ। ਇਸ ਤੋਂ ਇਲਾਵਾ ਵੀ ਹੋਰ ਵੀ ਸਾਨੂੰ ਮਤਲਬ ਕਿ ਸਮੇਂ-ਸਮੇਂ ਤੇ ਚੀਜ਼ਾਂ ਮਤਲਬ ਕਰਦੇ ਰਹਿਣਾ ਚਾਹੀਦਾ, ਹਨਾ। ਜਿਵੇਂ ਚੰਗੀਆਂ ਔਰਤਾਂ ਨੂੰ ਅਸੀਂ ਬੁਲਾ ਕੇ, ਹਨਾ, ਕੁੜੀਆਂ ਨੂੰ ਚੇਤਨ ਕਰ ਸਕਦੇ ਹਾਂ, ਹਨਾ, ਉਹਨਾਂ ਨੂੰ ਮਤਲਬ ਕਿ ਅਵੇਅਰ ਕੀਤਾ ਜਾ ਸਕਦਾ ਵੀ ਤੁਸੀਂ ਕੀ ਕਰ ਸਕਦੇ ਹੋ, ਕੀ ਨਹੀਂ ਕਰ ਸਕਦੇ ਆਪਦੇ ਲਈ, ਹਨਾ। ਤੇ ਜੇ ਆਪਾਂ ਦੇਖੀਏ, ਮੈਂ ਸਭ ਤੋਂ ਲਾਸਟ ਗੱਲ ਕਹਿਣਾ ਚਾਹਾਂਗੀ ਕਿ ਖਾਸ ਕਰਕੇ ਜਿਵੇਂ ਆਪਣੇ ਘਰਾਂ ਦੇ ਮਜ਼ਦੂਰ ਪਰਿਵਾਰ ਹੁੰਦੇ ਨਾ, ਜ਼ਿਆਦਾਤਰ ਅਸੀਂ ਦੇਖੀਏ ਨਾ, ਮੈਂ ਕਾਫੀ ਬੱਚਿਆਂ ਨੂੰ ਮਿਲੀ ਵੀ ਹੋਈ ਆ ਜਿਹੜੇ ਬਿਲਕੁਲ ਸਿੰਪਲ ਫੈਮਿਲੀਜ਼ ਚੋਂ ਉੱਠ ਕੇ ਇੱਥੇ ਆਏ ਆ, ਹਨਾ। ਇੱਥੇ ਆਉਣਾ ਬਹੁਤ ਵੱਡੀ ਗੱਲ ਆ। ਮੈਨੂੰ ਲੱਗਦਾ ਜਿਹੜੇ ਬੱਚੇ ਇੱਥੇ ਆ ਗਏ ਉਹਨਾਂ ਦੀ ਕੰਡੀਸ਼ਨ ਅਜੇ ਠੀਕ ਹੈਗੀ ਆ, ਤੇ ਜਿਹੜੇ ਬੱਚੇ ਇੱਥੋਂ ਤੱਕ ਵੀ ਨਹੀਂ ਆਉਂਦੇ ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਹੈ, ਹੈਨਾ। ਤੇ ਖਾਸ ਕਰਕੇ ਜਦੋਂ ਉਹ ਮਤਲਬ ਕਿ ਕਾਲਜਾਂ 'ਚ ਪੜ੍ਹਦੇ ਆ ਨਾ, ਮਤਲਬ ਕਿ ਕਾਫੀ ਬੱਚੇ ਮੇਰੇ ਕੰਟੈਕਟ 'ਚ ਵੀ ਰਹੇ ਆ, ਹਨਾ, ਤੇ ਅਸੀਂ ਵੀ ਉਹਨਾਂ ਪਰਿਵਾਰਾਂ 'ਚੋਂ ਹੀ ਆ, ਹਨਾ। ਜਦੋਂ ਮਤਲਬ ਕਿ ਕਾਲਜ ਨੂੰ ਜਾਣਾ, ਮੈਕਸੀਮਮ 20 ਰੁਪਏ ਕੱਲੇ ਕਿਰਾਏ ਦੇ ਹੀ ਹੁੰਦੇ ਆ, ਹਨਾ। ਪਰ ਉਹਨਾਂ ਨੂੰ ਇਹ ਹੁੰਦਾ ਵੀ ਨਹੀਂ, ਅਸੀਂ ਤਾਂ ਪੜ੍ਹਨਾ, ਅਸੀਂ ਆਪਦੀ ਡਿਗਰੀ ਪੂਰੀ ਕਰਨੀ ਆ, ਹਨਾ। ਐਵੇਂ ਦੇ ਲੋਕਾਂ ਲਈ, ਐਵੇਂ ਦੀਆਂ ਕੁੜੀਆਂ ਲਈ, ਹਨਾ, ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਕੋਈ ਨਾ ਕੋਈ। ਜੇ ਦੇਖੋ ਸਾਨੂੰ ਸਾਧਨ ਮਿਲ ਗਏ, ਹਨਾ, ਅਸੀਂ ਸਭ ਕੁਝ ਕੀਤਾ ਇੱਥੇ ਆ ਕੇ ਯੂਨੀਵਰਸਿਟੀ, ਹੁਣ ਮਤਲਬ ਕਿ ਇੰਨੇ ਕੁ ਕੈਪੇਬਲ ਹੈਗੇ, ਅਸੀਂ ਬੋਲ ਸਕਦੇ ਆ। ਕਈ ਵਿਚਾਰਿਆਂ ਕੋਲ ਇਹ ਵੀ ਹੈ ਨਹੀਂ ਵੀ ਇੱਥੋਂ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਮਤਲਬ ਕਿ ਸਕੂਲਾਂ ਤੋਂ ਬਾਅਦ ਦੀ ਪੜ੍ਹਾਈ ਵੀ ਨਹੀਂ ਕਰ ਪਾਉਂਦੇ, ਹਨਾ। ਆਪਦੇ ਲਈ ਆਵਾਜ਼ ਉਠਾਉਣੀ ਤਾਂ ਉਹਨਾਂ ਨੂੰ ਬਹੁਤ ਵੱਡੀ ਗੱਲ ਹੈ, ਹਨਾ। ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਡੇ ਰਾਈਟ ਕੀ ਆ, ਹਨਾ। ਤੇ ਮਤਲਬ ਕਿ ਉਹਨਾਂ ਮਜ਼ਦੂਰ ਲੋਕਾਂ ਲਈ, ਮਜ਼ਦੂਰ ਪਰਿਵਾਰਾਂ ਲਈ, ਮਜ਼ਦੂਰ ਔਰਤਾਂ ਲਈ ਖਾਸ ਕਰਕੇ ਸੋਚਣ ਦੀ ਬਹੁਤ ਜ਼ਿਆਦਾ ਲੋੜ ਹੈ, ਹਨਾ। ਖਾਸ ਕਰਕੇ ਜਿਹੜੇ ਇੱਥੋਂ ਚੇਤਨ ਔਰਤਾਂ, ਚੇਤਨ ਕੁੜੀਆਂ ਖੁਦ ਨੂੰ ਫੈਮਿਨਿਸਟ ਕਹਾਉਂਦੀਆਂ ਹੈ, ਉਹਨਾਂ ਲਈ ਮੇਰਾ ਇਹ ਜ਼ਰੂਰ ਰਿਹਾ ਵੀ ਭਾਈ ਲੋਕਾਂ ਲਈ ਕਰੋ, ਉਹਨਾਂ ਲੋਕਾਂ ਲਈ ਕਰੋ, ਉਹਨਾਂ ਔਰਤਾਂ ਲਈ ਕਰੋ ਜਿਨ੍ਹਾਂ ਲਈ ਲੋੜ ਹੈ। ਜੀ,
ਔਰਤਾਂ ਲਈ ਕੁਝ ਕਹਿਣਾ ਚਾਹੋਗੇ ਕਿ ਔਰਤਾਂ ਨੂੰ ਮਤਲਬ ਕਿਸ ਤਰ੍ਹਾਂ ਔਰਤਾਂ ਖੁਦ ਕਿਵੇਂ ਸੁਧਾਰ ਸਕਦੀਆਂ ਨੇ? ਔਰਤਾਂ ਮਤਲਬ ਕਿ ਇਕੱਠੀਆਂ ਹੋ ਕੇ ਜਾਂ ਕਿਸ ਲੈਵਲ ਤੇ ਕਿਸ ਜਾ ਕੇ ਆਪਣੀ ਮਤਲਬ ਸਥਿਤੀ ਨੂੰ ਜਾਂ ਬਾਕੀ ਨੂੰ ਸੁਧਾਰ ਸਕਦੀ? ਤਾਂ ਹੋ ਗਿਆ ਮਾਨਸਿਕ ਪੱਧਰ ਤੇ, ਫਿਜ਼ੀਕਲੀ ਪੱਧਰ ਤੇ ਮਤਲਬ ਉਹ ਕਿਵੇਂ ਕਰ ਸਕਦੇ ਨੇ? ਦੇਖੋ ਜੀ, ਕੋਈ ਵੀ ਚੀਜ਼ ਹੁੰਦੀ ਆ ਉਹ ਯੂਨਿਟੀ ਨਾਲ ਹੁੰਦੀ ਆ, ਹਨਾ। ਜੇ ਅਸੀਂ ਮਨੁੱਖ ਆ, ਹਨਾ, ਅਸੀਂ ਮਤਲਬ ਕਿ ਸੁਸਾਇਟੀ 'ਚ ਰਹਿੰਦੇ ਆ ਤਾਂ ਉਹ ਸਾਡੀ ਯੂਨਿਟੀ ਆ। ਯੂਨਿਟੀ ਕਰਕੇ ਹੀ ਸਾਡਾ ਸਮਾਜ ਬਣਿਆ ਹੈ, ਹਨਾ। ਜੇ ਅਸੀਂ ਮਤਲਬ ਕਿ ਇਕੱਲੇ ਸੋਚੀਏ ਵੀ ਅਸੀਂ ਸਮਾਜ ਤੋਂ ਬਾਹਰ ਇਕੱਲੇ ਰਹਿ ਲਾਂਗੇ ਤਾਂ ਉਹ ਪੋਸੀਬਲ ਨਹੀਂ ਹੁੰਦਾ। ਜੋ ਵੀ ਹੁੰਦਾ ਯੂਨਿਟੀ ਨਾਲ ਹੋਊਗਾ। ਤੇ ਜੇ ਔਰਤਾਂ ਦੇ ਪੱਖੋਂ ਦੇਖੀਏ ਤਾਂ ਔਰਤਾਂ ਨੂੰ ਵੀ ਇਕੱਠੇ ਹੋਣ ਦੀ ਲੋੜ ਹੈ। ਜਿਹੜੀਆਂ ਚੇਤਨ ਔਰਤਾਂ ਹੈ ਉਹਨਾਂ ਨੂੰ ਦੂਜੀਆਂ ਔਰਤਾਂ ਨੂੰ ਅਵੇਅਰ ਕਰਨਾ ਚਾਹੀਦਾ, ਉਹਨਾਂ ਨੂੰ ਇਕੱਠਾ ਕਰਨਾ ਚਾਹੀਦਾ। ਸਾਨੂੰ ਇਕੱਠਿਆਂ ਨੂੰ ਇੱਕ ਮਤਲਬ ਕਿ ਸਟਰਗਲ ਲੜਨੀ ਚਾਹੀਦੀ ਆਪਦੀ ਹੋਂਦ ਲਈ, ਆਪਦੀ ਸਿਕਿਉਰਿਟੀ ਲਈ। ਜੋ ਸਾਡੇ ਨਾਲ ਗਲਤ ਹੋ ਰਿਹਾ ਉਹਦੇ ਖਿਲਾਫ ਸਾਨੂੰ ਬੋਲਣ ਦੀ ਲੋੜ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਜੀ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਵੀ ਦਿੱਤੀ ਹੈ ਤੇ ਸੁਝਾਅ ਵੀ ਦਿੱਤੇ ਆ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਮੈਨੂੰ ਲੱਗਦਾ ਸਾਡੇ ਦਰਸ਼ਕ ਬਹੁਤ ਕੁਝ ਸਿੱਖ ਪਾਉਣਗੇ ਇਸ ਚੀਜ਼ ਦੇ ਉੱਤੋਂ। ਤੇ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਨਾ ਚਾਹਾਂਗੀ ਕਿ ਇਸ ਤਰ੍ਹਾਂ ਦੀਆਂ ਮਤਲਬ ਸੋਚ ਨੂੰ ਲੈ ਕੇ, ਇਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਤੇ ਸਮਝਣਾ ਚਾਹੀਦਾ ਆ ਤੇ ਇਹਨਾਂ ਤੇ ਅਮਲ ਵੀ ਕਰਨਾ ਚਾਹੀਦਾ ਹੈ ਅੱਗੇ ਜਾ ਕੇ। ਅਸੀਂ ਇਸ ਤਰ੍ਹਾਂ ਦੇ ਸੁਨੇਹੇ ਤੁਹਾਨੂੰ ਇਸ ਕਰਕੇ ਹੀ ਦਿੰਦੇ ਆ। ਸਾਡਾ ਕੋਈ ਮੋਟਿਵ ਨਹੀਂ ਹੁੰਦਾ ਆ ਵੀ ਅਸੀਂ ਕੋਈ ਪਬਲਿਸਿਟੀ ਕਰਨੀ ਆ। ਸਾਡਾ ਉਦੇਸ਼ ਹੁੰਦਾ ਹੈ ਵੀ ਅਸੀਂ ਇਸ ਤਰ੍ਹਾਂ ਦੀਆਂ ਜੋ ਵਿਸ਼ੇ ਲੈ ਕੇ ਆਈਏ ਜਿਹਦੇ ਤੋਂ ਦਰਸ਼ਕਾਂ ਨੂੰ ਕੁਝ ਸਿੱਖਣ ਨੂੰ ਮਿਲ ਸਕੇ, ਤਾਂ ਕਿ ਜੇ ਇਹ ਸੰਦੇਸ਼ 100 ਲੋਕਾਂ ਤੱਕ, 500 ਲੋਕਾਂ ਤੱਕ ਪਹੁੰਚਦਾ ਆ ਤਾਂ ਉਹ ਉਸ ਚੀਜ਼ ਨੂੰ ਸੁਣ ਸਕਣ, ਸਮਝ ਸਕਣ। ਕਿਉਂਕਿ ਆਪਾਂ ਸਾਰੀ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਮਤਲਬ ਛੋਟੇ ਵੱਡੇ ਕੰਮਾਂ ਦੇ ਵਿੱਚ ਇੰਨੇ ਕੁ ਵਿਅਸਤ ਹੋ ਚੁੱਕੇ ਹਾਂ ਕਿ ਕਿਸੇ ਕੋਲ ਵੀ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਬਾਰੇ ਸੋਚਣ ਦਾ ਸਮਾਂ ਨਹੀਂ ਹੈ। ਅੱਜ ਵੀ ਆਪਾਂ ਬਿਲਕੁਲ ਇੱਕ ਸਮਾਂ ਕੱਢ ਕੇ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਤੇ ਨਹੀਂ ਤੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਇੰਨੇ ਕੁ ਰੁੱਝ ਜਾਂਦੇ ਹਾਂ ਕਿ ਆਪਾਂ ਇਸ ਚੀਜ਼ ਬਾਰੇ ਨਹੀਂ ਸੋਚਦੇ ਬੈਠ ਕੇ। ਤਾਂ ਇਹਨਾਂ ਚੀਜ਼ਾਂ ਦੇ ਨਾਲ ਹੁਣ ਜੇ ਆਪਣੀ ਗੱਲਬਾਤ ਕੀਤੀ ਜਾਏਗੀ ਤਾਂ ਆਪਾਂ ਜੇ ਕੋਈ ਸੁਣੇਗਾ ਤਾਂ ਮਤਲਬ ਜ਼ਰੂਰ ਕੀ ਸੋਚਣ ਲਈ ਮਜਬੂਰ ਹੋ ਜਾਏਗਾ। ਤਾਂ ਉੱਥੇ ਮਤਲਬ ਕਿ ਸੋਚੇਗਾ ਤਾਂ ਇਹਨਾਂ ਚੀਜ਼ਾਂ ਦੇ ਹੱਲ, ਇਹਨਾਂ ਚੀਜ਼ਾਂ ਦੇ ਸੁਝਾਅ ਉਹ ਵੀ ਜੋ ਗੱਲਾਂ ਨੇ ਲੋਕਾਂ ਤੱਕ ਪਹੁੰਚਣਗੀਆਂ। ਤਾਂ ਅੱਗੇ ਦੀ ਅੱਗੇ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਵਿਚਾਰ ਚਰਚਾਵਾਂ ਫੈਲਾਉਣਾ ਚਾਹੀਦਾ ਗਾ ਤੇ ਜੋ ਇਹਨਾਂ ਨੇ ਸੁਝਾਅ ਦਿੱਤੇ ਇਹਨਾਂ ਤੇ ਜ਼ਰੂਰ ਅਮਲ ਕਰਨਾ ਚਾਹੀਦਾ ਹੈ। ਫਿਰ ਹੀ ਮੈਨੂੰ ਲੱਗਦਾ ਕਿ ਇਹ ਜੋ ਪਹਿਲਾਂ ਤੋਂ ਸਥਿਤੀ ਬਣੀ ਆ ਰਹੀ ਹੈ ਔਰਤ ਦੀ, ਹੁਣ ਵੀ ਫੇਸ ਕਰ ਰਹੇ ਹਾਂ, ਅੱਗੇ ਤੋਂ ਥੋੜਾ ਜਿਹਾ ਸੁਧਾਰ ਹੋ ਸਕੇ। ਤਾਂ ਇਹਨਾਂ ਗੱਲਾਂ ਬਾਤਾਂ ਰਾਹੀਂ ਰਾਬਤੇ ਬਹੁਤ ਜ਼ਰੂਰੀ ਨੇ, ਵਿਚਾਰ ਚਰਚਾਵਾਂ ਬਹੁਤ ਜ਼ਰੂਰੀ ਨੇ। ਇਹਨਾਂ ਚੀਜ਼ਾਂ ਦੇ ਨਾਲ ਹੀ ਆਪਾਂ ਜੋ ਕੁਝ ਸੁਧਾਰ ਕਰ ਸਕਦੇ ਹਾਂ। ਆਸ ਕਰਦੇ ਹਾਂ ਆਪਣੀਆਂ ਗੱਲਾਂ ਨਾਲ ਕਿਸੇ ਨੂੰ ਕੋਈ ਸਮਝ ਮਿਲੇਗੀ, ਕੋਈ ਜਾਣਕਾਰੀ ਮਿਲੇਗੀ, ਕੋਈ ਸੁਝਾਅ ਮਿਲੇਗਾ ਤੇ ਅੱਗੇ ਇਹਨਾਂ ਚੀਜ਼ਾਂ ਦਾ ਕੋਈ ਅਮਲ ਦੇ ਵਿੱਚ ਆਉਣਗੀਆਂ। ਸੋ ਸ਼ੁਕਰੀਆ ਜੀ ਬਹੁਤ ਬਹੁਤ, ਤੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਇਸ ਤਰ੍ਹਾਂ ਹੀ ਵਿਚਾਰ ਚਰਚਾਵਾਂ ਚੱਲਦੀਆਂ ਰਹਿਣਗੀਆਂ ਤੇ ਅੱਗੇ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਨੂੰ ਲੈ ਕੇ, ਨਵੀਂ ਮੁਲਾਕਾਤ। ਤਦ ਦੇ ਲਈ ਦੇਖਦੇ ਰਹੋ ਦੀ ਪੰਜਾਬ ਟੀਵੀ।